ਪੰਕਜ ਬੰਧਨ ਪਾਦ ਪੰਕਜ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਾਰਾ ਪਰ ਪੁਨ ਪੁਨ ਸੀਸਾ ਸਾਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਕਹਿ ਲਖਮੀਰ ਸ਼ਮੀਰ ਕੋ ਜੇ ਕਰੋ ਨਾ ਖਾਨੇ। ਖਨ ਅਬਨੀ ਮੈਂ ਗਾੜ ਦਿਓ ਨ ਸਕੈ ਪਛਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਇਸ ਵੇਲੇ ਦੀਨਾ ਕਾਂਗੜ ਨਾਮ ਦਾ ਇੱਕ ਪਿੰਡ ਹੈ ਮੋਗੇ ਜ਼ਿਲ੍ਹੇ ਦੇ ਅੰਦਰ। ਸਤਿਗੁਰੂ ਉੱਥੇ ਬਿਰਾਜੇ ਹੋਏ ਨੇ। ਭਾਈ ਲਖਮੀਰ ਤੇ ਸ਼ਮੀਰ ਮਹਾਰਾਜ ਜੀਆਂ ਦੀ ਇਹ ਦੋਨੇ ਸਕੇ ਭਰਾ ਸੇਵਾ ਕਰਦੇ ਪਏ। ਸੇਵਾ ਕਰਦਿਆਂ ਸਤਿਗੁਰੂ ਖੁਸ਼ ਹੋ ਕੇ ਆਖਣ ਲੱਗੇ, ਭਾਈ ਸ਼ਮੀਰ ਘੋੜੇ ਦੇ ਉੱਪਰ ਚੜ੍ਹ ਕੇ ਜਿੱਥੋਂ ਤੱਕ ਘੋੜਾ ਫੇਰ ਲਵੇਂਗਾ ਉਹ ਰਾਜ ਉਹ ਜ਼ਮੀਨ ਤੇਰੀ ਹੋਵੇਗੀ, ਤੂੰ ਰਾਜਾ ਬਣ ਜਾਏਗਾ। ਆਪਣੇ ਘਰ ਵਿੱਚ ਜਾ ਕੇ ਸਲਾਹ ਕੀਤੀ ਹੈ ਤੇ ਘਰ ਵਿੱਚ ਇੱਕ ਇਸ ਦਾ ਮਾਮਾ ਆਇਆ ਹੋਇਆ ਜਿਹੜਾ ਜੈਤੋਂ ਦੇ ਰਹਿਣ ਵਾਲਾ ਹੈ। ਉਸਨੇ ਤਰਕ ਮਾਰੀ, ਕਹਿਣ ਲੱਗਾ ਗੁਰੂ ਕਿਵੇਂ ਐਸੀ ਜਗੀਰ ਦੇ ਸਕਦਾ, ਰਾਜ ਦੇ ਸਕਦਾ। ਗੁਰੂ ਪਾਤਸ਼ਾਹ ਨੇ ਤੇ ਆਪਣਾ ਘਰ ਆਪ ਛੱਡਿਆ ਹੋਇਆ ਹੈ। ਇਹ ਤਰਕ ਜਦੋਂ ਆਈ ਹੈ ਮਨ ਦੇ ਵਿੱਚ ਤੇ ਭਾਈ ਸ਼ਮੀਰ ਆਪਣੇ ਪਿੰਡ ਦਾ ਹੀ ਗੇੜਾ ਕੱਢ ਕੇ ਮੁੜ ਆਇਆ। ਅੱਗੇ ਕਿਤੇ ਗਿਆ ਹੀ ਨਹੀਂ, ਕੁਝ ਮਿਲ ਲੈ ਹੀ ਨਹੀਂ ਸਕਿਆ ਹੈ। ਕੁਝ ਦਿਨ ਲੰਘੇ, ਫਿਰ ਮਹਾਰਾਜ ਦੀ ਸੇਵਾ ਕਰਦਾ ਹੈ ਤੇ ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਤੁਹਾਡਾ ਸ਼ੀਤ ਪ੍ਰਸ਼ਾਦ ਮੈਂ ਨਾ ਛਕ ਲਵਾਂ। ਸਤਿਗੁਰੂ ਕਹਿਣ ਲੱਗੇ, ਭਾਈ ਸ਼ਮੀਰ ਜੇ ਤੇਰੇ ਮਨ ਦੀ ਐਸੀ ਵਿਚਾਰ ਹੈ ਤੇ ਪ੍ਰਸ਼ਾਦ ਛਕ ਲੈ। ਨਹੀਂ ਮਹਾਰਾਜ ਮੈਂ ਘਰੇ ਲੈ ਜਾਂਦਾ, ਘਰੇ ਜਾ ਕੇ ਛਕਾਂਗਾ। ਘਰੇ ਲੈ ਗਿਆ ਹੈ। ਮਾਮੇ ਨੇ ਫਿਰ ਤਰਕ ਮਾਰੀ ਹੈ। ਕਹਿਣ ਲੱਗਾ ਜੇ ਪ੍ਰਸ਼ਾਦ ਆਪਾਂ ਖਾਵਾਂਗੇ ਪੀਰ ਨਾਰਾਜ਼ ਹੋ ਜਾਣਗੇ, ਬੜਾ ਭਾਰੀ ਘਾਟਾ ਪਵੇਗਾ। ਹੁਣ ਸੋਚਦੇ ਪਏ ਵੀ ਮਹਾਰਾਜ ਦਾ ਪ੍ਰਸ਼ਾਦ ਛਕ ਵੀ ਨਹੀਂ ਸਕਦੇ ਤੇ ਕਿਤੇ ਬਾਹਰ ਸੁੱਟਿਆ ਵੀ ਨਹੀਂ ਜਾ ਸਕਦਾ, ਕੀ ਕਰੀਏ। ਇਹ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਇਹ ਅੱਗੇ ਕੀ ਕਰਦੇ ਨੇ ਅੱਜ ਬਚਨ ਸਰਵਣ ਕਰਾਂਗੇ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਕਹਿ ਲਖਮੀਰ ਸ਼ਮੀਰ ਕੋ ਜੇ ਕਰੋ ਨਾ ਖਾਨੇ। ਭਾਈ ਲਖਮੀਰ ਨੇ ਆਪਣੇ ਭਰਾ ਸ਼ਮੀਰ ਨੂੰ ਆਖਿਆ, ਕਹਿਣ ਲੱਗਾ ਭਰਾ ਜੇ ਪ੍ਰਸ਼ਾਦ ਮਹਾਰਾਜ ਦਾ ਲੈ ਹੀ ਆਂਦਾ, ਘਰ ਆ ਕੇ ਤੁਹਾਡਾ ਵਿਚਾਰ ਬਦਲ ਗਿਆ ਵੀ ਇਹ ਖਾਣਾ ਨਹੀਂ, ਜੇ ਤੁਸੀਂ ਇਹ ਪ੍ਰਸ਼ਾਦ ਨਹੀਂ ਖਾਣਾ, ਤੁਹਾਡੀ ਵਿਚਾਰ ਬਣ ਗਈ ਹੈ ਵੀ ਇਸ ਨੂੰ ਖਾਣਾ ਨਹੀਂ ਹੈ,
ਜੇ ਇਸ ਤਰ੍ਹਾਂ ਦਾ ਤੁਹਾਡੇ ਮਨ ਵਿੱਚ ਵਿਚਾਰ ਹੈ, ਖਨ ਅਵਨੀ ਮੈਂ ਗਾੜ ਦਿਓ ਨਾ ਸਕੈ ਪਛਾਨੇ। ਫਿਰ ਆਪਾਂ ਨੂੰ ਇਹ ਪ੍ਰਸ਼ਾਦ ਬਾਹਰ ਨਹੀਂ ਸੁੱਟਣਾ ਚਾਹੀਦਾ। ਨਰਾਦਰ ਹੋਵੇਗਾ, ਇਹ ਪਾਤਸ਼ਾਹ ਦਾ ਸ਼ੀਤਲ ਪ੍ਰਸ਼ਾਦ ਹੈ। ਜੇ ਛਕਣ ਦਾ ਮਨ ਨਹੀਂ ਹੈ ਤੇ ਬਾਹਰ ਨਾ ਸੁੱਟੀਏ, ਆਪਣੇ ਘਰ ਦੇ ਵਿਹੜੇ ਵਿੱਚ ਹੀ ਟੋਇਆ ਪੱਟ ਕੇ ਤੇ ਸਮੇਤ ਥਾਲ ਦੇ ਪ੍ਰਸ਼ਾਦਾ ਟੋਏ ਵਿੱਚ ਰੱਖ ਕੇ ਉੱਪਰੋਂ ਮਿੱਟੀ ਪਾ ਦਈਏ, ਮਿੱਟੀ ਵਿੱਚ ਦੱਬ ਦਈਏ ਆਪਾਂ। ਗੁਰਮੁਖੋ ਬਚਨ ਇਹ ਹੈ, ਬਿਨ ਭਾਗਾਂ ਕਿਛ ਪਾਈਐ ਨਾਹੀ, ਭਾਗਾਂ ਬਿਨਾ ਕੁਝ ਮਿਲਦਾ ਵੀ ਨਹੀਂ ਹੈ। ਐਸੀ ਸਲਾਹ ਬਣਾ ਲਈ ਹੈ। ਉਤ ਗੁਰ ਰਹਿ ਪ੍ਰਸੰਨ ਹੀਐ ਇਤ ਪੀਰ ਨ ਕੋਪੈ। ਇਹ ਭਾਈ ਲਖਮੀਰ ਕਹਿ ਰਿਹਾ ਆਪਣੇ ਭਰਾ ਨੂੰ, ਕਹਿਣ ਲੱਗਾ ਜੇ ਆਪਾਂ ਟੋਇਆ ਪੱਟ ਕੇ ਟੋਇਆ ਤੇ ਉਹਦੇ ਵਿੱਚ ਰੱਖ ਦਿਆਂਗੇ ਨਾ ਪ੍ਰਸ਼ਾਦ ਮਹਾਰਾਜ ਦਾ, ਤੇ ਸਤਿਗੁਰੂ ਵੀ ਖੁਸ਼ ਰਹਿਣਗੇ, ਆਪਾਂ ਆਖਾਂਗੇ ਵੀ ਛਕ ਲਿਆ ਹੈ, ਮਹਾਰਾਜ ਵੀ ਨਾਰਾਜ਼ ਨਹੀਂ ਹੋਣਗੇ। ਤੇ ਛਕਣਾ ਆਪਾਂ ਹੈ ਨਹੀਂ, ਨੱਪ ਦਿੱਤਾ ਟੋਏ ਵਿੱਚ, ਪੀਰ ਵੀ ਖੁਸ਼ ਰਹੇਗਾ ਆਪਣੇ ਤੇ, ਪੀਰ ਵੀ ਨਾਰਾਜ਼ ਨਹੀਂ ਹੋਵੇਗਾ। ਆਪਣੇ ਦੋਵੇਂ ਕੰਮ ਹੀ ਬਣ ਗਏ, ਗੁਰੂ ਨਾਰਾਜ਼ ਨਹੀਂ ਹੋਵੇਗਾ, ਸ਼ਰਾਫ ਨਹੀਂ ਮਿਲੇਗਾ, ਤੇ ਪੀਰ ਵੀ ਨਾਰਾਜ਼ ਨਹੀਂ ਹੋਵੇਗਾ, ਤੇ ਕੋਈ ਸਾਡੇ ਤੇ ਬਿਪਤਾ ਵੀ ਨਹੀਂ ਆਏਗੀ। ਇਸ ਕਰਕੇ ਪ੍ਰਸ਼ਾਦ ਖਾਈਏ ਨਾ, ਬਲਕਿ ਟੋਇਆ ਪੱਟ ਕੇ ਧਰਤੀ ਵਿੱਚ ਦੱਬ ਦੇਣਾ ਕਰੀਏ। ਅਸ ਮਸਲਤ ਕਰ ਪਰਸ ਪਰ ਚਾਹਤ ਇਸ ਸੋ ਲੋਪੈ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਸਲਾਹ ਬਣ ਗਈ ਹੈ, ਮਤਾ ਬਣ ਗਿਆ ਤਿੰਨਾਂ ਭਰਾਵਾਂ ਦੇ ਵੱਲੋਂ ਵੀ ਠੀਕ ਹੈ, ਇਹ ਪ੍ਰਸ਼ਾਦ ਛਕਣਾ ਨਹੀਂ ਚਾਹੀਦਾ, ਇਸ ਨੂੰ ਦੱਬ ਹੀ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਸਲਾਹ ਕਰਕੇ ਉਸ ਵੇਲੇ ਫਿਰ ਟੋਇਆ ਪੱਟਣ ਲੱਗੇ ਹਨ। ਬਸ ਨਾ ਚਲਿਓ ਸ਼ਮੀਰ ਕੋ ਮਾਤੁਲ ਵੱਡ ਖੋਟਾ। ਪਰ ਭਾਈ ਸ਼ਮੀਰ ਖਾਣਾ ਚਾਹੁੰਦਾ ਸੀ ਪ੍ਰਸ਼ਾਦ, ਵੀ ਜੇ ਮੈਂ ਮੰਗ ਕੇ ਲਿਆਂਦਾ ਤੇ ਮੈਨੂੰ ਖਾਣਾ ਚਾਹੀਦਾ ਹੈ। ਜੇ ਮੈਨੂੰ ਪਤਾ ਹੁੰਦਾ ਵੀ ਮੇਰੇ ਮਾਮੇ ਨੇ ਇਹੋ ਜਿਹੀ ਹੁਜਤ ਕਰਨੀ ਹੈ, ਤਰਕ ਕਰਨੀ ਹੈ, ਫਿਰ ਮੈਂ ਮਹਾਰਾਜ ਦੇ ਕੋਲ ਬੈਠ ਕੇ ਹੀ ਛਕ ਲੈਂਦਾ। ਮੈਂ ਤੇ ਇਹਨਾਂ ਦੇ ਭਲੇ ਵਾਸਤੇ ਲੈ ਕੇ ਆਇਆ ਵੀ ਸਾਰੇ ਜਾਣੇ ਛਕਾਂਗੇ, ਸਾਰਿਆਂ ਦਾ ਭਲਾ ਹੋਵੇਗਾ। ਪਰ ਇਹ ਮੇਰਾ ਮਾਮਾ ਜਿਹੜਾ ਬੜੀ ਖੋਟੀ ਮੱਤ ਵਾਲਾ ਹੈ, ਮਾੜੇ ਵਿਚਾਰਾਂ ਵਾਲਾ, ਇਹ ਕਿਤੇ ਚੰਗੀ ਗੱਲ ਕਰਦਾ ਹੀ ਕੋਈ ਨਹੀਂ। ਹੁਣ ਇਹਦਾ ਕਿਹਾ ਵਚਨ ਵੀ ਨਹੀਂ ਮੋੜਿਆ ਜਾ ਸਕਦਾ, ਤੇ ਸਤਿਗੁਰਾਂ ਦਾ ਪ੍ਰਸ਼ਾਦ ਵੀ ਛੱਡਿਆ ਨਹੀਂ ਜਾ ਸਕਦਾ। ਭਾਈ ਸ਼ਮੀਰ ਛਕਣਾ ਤੇ ਚਾਹੁੰਦਾ, ਪਰ ਵਸ ਨਹੀਂ ਚੱਲਿਆ। ਹੁਣ ਟੋਏ ਵਿੱਚ ਉਹ ਪ੍ਰਸ਼ਾਦ ਦੱਬਣਾ ਪੈ ਗਿਆ। ਮਹਾਪ੍ਰਸਾਦ ਨਾ ਅਚਨ ਦੀਏ ਵੱਡ ਕੀ ਨ ਸੁਟੋਟਾ। ਕਹਿਣ ਲੱਗੇ ਵੀ ਇਹ ਮੇਰਾ ਮਾਮਾ ਜਿਹੜਾ ਬੜਾ ਇਸਨੇ ਘਾਟਾ ਪਾਇਆ, ਮੈਨੂੰ ਐਡਾ ਵੱਡਾ ਪ੍ਰਸ਼ਾਦ ਜਿਹੜਾ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ ਹੈ, ਬੜੀ ਸੇਵਾ ਕਰਕੇ ਪ੍ਰਸੰਨਤਾ ਲੈ ਕੇ ਮਹਾਰਾਜ ਜੀ ਦੀ ਇਹ ਪ੍ਰਸ਼ਾਦ ਲਿਆਂਦਾ, ਇਹਨੇ ਮੈਨੂੰ ਛਕਣ ਨਹੀਂ ਦਿੱਤਾ, ਵੱਡਾ ਘਾਟਾ ਪਾਇਆ। ਇਹ ਬਹੁਤ ਭਾਰੀ ਮਾੜਾ ਮੇਰੇ ਨਾਲ ਇਹ ਸਮਾਂ ਆ ਕੇ ਬਣਿਆ ਹੈ। ਗਾੜ ਦੀਨ ਖਨ ਅਵਨ ਕੋ ਨ ਕਿਨੂੰ ਖਾਇਓ। ਗੁਰਮੁਖੋ ਟੋਇਆ ਪੱਟ ਕੇ ਤੇ ਉਹ ਮਹਾਰਾਜ ਦਾ ਦਿੱਤਾ ਹੋਇਆ ਪ੍ਰਸ਼ਾਦ ਇਹਨਾਂ ਨੇ ਧਰਤੀ ਵਿੱਚ ਦੱਬ ਦਿੱਤਾ, ਕਿਸੇ ਨੇ ਵੀ ਨਹੀਂ ਛਕਿਆ। ਤਿੰਨਾਂ ਭਰਾਵਾਂ ਵਿੱਚੋਂ ਕਿਸੇ ਨੇ ਵੀ ਨਹੀਂ ਛਕਿਆ, ਤਿੰਨੇ ਭਰਾ ਵੀ ਰਹਿ ਗਏ, ਤੇ ਤਿੰਨਾਂ ਭਰਾਵਾਂ ਦਾ ਅੱਗੇ ਪਰਿਵਾਰ ਵੀ ਰਹਿ ਗਿਆ। ਮਾਮੇ ਨੇ ਤੇ ਚਲੋ ਖਾਣਾ ਹੀ ਨਹੀਂ ਹੈ, ਉਹਨੇ ਦੂਜਿਆਂ ਨੂੰ ਵੀ ਨਹੀਂ ਖਾਣ ਦਿੱਤਾ ਹੈ। ਸੋ ਮਹਾਰਾਜ ਜੀ ਦੀ ਬਾਣੀ ਦਾ ਆਪਾਂ ਬਚਨ ਤਾਂ ਹੀ ਪੜ੍ਹਦੇ ਆ ਨਾ, ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਇਹ ਮਹਾਰਾਜ ਦੇ ਬਚਨ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਮਹਾਰਾਜ ਦਾ ਦਿੱਤਾ ਹੋਇਆ ਪ੍ਰਸ਼ਾਦ ਕਿਸੇ ਨੇ ਵੀ ਨਹੀਂ ਛਕਿਆ, ਮਾਮੇ ਦੇ ਮਗਰ ਲਾ ਕੇ ਧਰਤੀ ਵਿੱਚ ਹੀ ਦੱਬ ਦਿੱਤਾ ਹੈ। ਪ੍ਰਾਰਬਧ ਬਿਨ ਕਿਤ ਕਹੂੰ ਕਿਸ ਤੇ ਕਿਨ ਪਾਇਓ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿੰਨਾ ਚਿਰ ਦਾਤ ਕਰਮਾਂ ਵਿੱਚ ਨਾ ਹੋਵੇ, ਦੁਨੀਆ ਵਿੱਚ ਕੋਈ ਇਹੋ ਜਿਹਾ ਨਹੀਂ ਜਨਮ ਲੈ ਕੇ ਆਇਆ ਜਿਨੇ ਕਰਮਾਂ ਤੋਂ ਬਿਨਾਂ ਦਾਤ ਲੈ ਲਈ ਹੋਵੇ, ਭਾਗਾਂ ਬਿਨਾਂ ਨਹੀਂ। ਪ੍ਰਾਰਬਧ ਬਿਨ ਕਿਤ ਕਹੂੰ, ਕਿਸੇ ਨੇ ਵੀ ਕਿਸੇ ਸਮੇਂ, ਭਾਵੇਂ ਉਹ ਸਤਿਯੁਗ ਦਾ ਸਮਾਂ ਹੋਵੇ, ਭਾਵੇਂ ਕਲਯੁਗ ਦਾ ਸਮਾਂ ਹੋਵੇ, ਪਰ ਜਿੰਨਾ ਚਿਰ ਦਾਤ ਕਰਮਾਂ 'ਚ ਨਾ ਹੋਵੇ, ਕਦੇ ਵੀ ਕਿਸੇ ਨੇ ਕੁਝ ਨਹੀਂ ਪ੍ਰਾਪਤ ਕੀਤਾ, ਨਾ ਕਿਸੇ ਸਾਧੂ ਤੋਂ, ਨਾ ਕਦੇ ਗੁਰੂ ਪਾਤਸ਼ਾਹ ਤੋਂ, ਨਾ ਕਿਸੇ ਬਖਸ਼ਿਸ਼ ਵਾਲੇ ਪੈਗੰਬਰ ਤੋਂ। ਕਰਮਾਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ ਹੈ। ਅਸਲ ਵਿੱਚ ਬਚਨ ਇਹ ਆ ਵੀ ਸੇਵਾ ਕਰਕੇ ਲੈ ਤੇ ਲਿਆ, ਪਰ ਕਰਮਾਂ ਵਿੱਚ ਨਹੀਂ ਹੈ, ਇਸ ਕਰਕੇ ਛਕ ਨਹੀਂ ਸਕੇ। ਇਹ ਤੇ ਕਰਮਾਂ ਦੀ ਐਸੀ ਮਾਰ ਪੈ ਗਈ ਹੈ। ਸੁਪਤ ਹੋਏ ਕਰ ਜਾਮਨੀ ਉਠ ਆਏ ਪ੍ਰਭਾਤੀ। ਹੁਣ ਗੁਰਮੁਖੋ ਪ੍ਰਸ਼ਾਦ ਤੇ ਨਹੀਂ ਛਕਿਆ, ਉਹ ਤੇ ਧਰਤੀ 'ਚ ਦੱਬ ਦਿੱਤਾ। ਸਾਰੀ ਰਾਤ ਸੌਂ ਕੇ ਬਤੀਤ ਕੀਤੀ ਹੈ, ਦਿਨ ਚੜ੍ਹਿਆ, ਹੁਣ ਮਹਾਰਾਜ ਦੇ ਕੋਲ ਜਾਣਾ ਪੈਣਾ, ਤੇ ਸਤਿਗੁਰਾਂ ਨੇ ਪੁੱਛਣਾ ਵੀ ਹੈ ਵੀ ਛਕਿਆ ਕਿ ਨਹੀਂ ਛਕਿਆ। ਹੁਣ ਜਾਂ ਤੇ ਝੂਠ ਬੋਲਣਾ ਪਵੇਗਾ ਵੀ ਮਹਾਰਾਜ ਛਕ ਲਿਆ ਹੈ, ਜਾਂ ਫਿਰ ਸੱਚ ਦੱਸਣਾ ਪਵੇਗਾ ਵੀ ਧਰਤੀ ਵਿੱਚ ਦੱਬਿਆ ਹੈ। ਰਾਤ ਸੌਂ ਕੇ ਭਾਈ ਸ਼ਮੀਰ ਨੇ ਉਸ ਵੇਲੇ ਬਤੀਤ ਕੀਤੀ ਹੈ। ਹਾਥ ਜੋਰ ਬੰਧਨ ਕਰੀ ਧਰਕਤ ਜਿਸ ਛਾਤੀ। ਜਦੋਂ ਦਿਨ ਚੜ੍ਹਿਆ ਨਾ, ਇਸ਼ਨਾਨ ਪਾਨ ਕੀਤਾ, ਬਸਤਰ ਪਾਏ, ਮਹਾਰਾਜ ਦੇ ਦਰਬਾਰ ਵਿੱਚ ਆਇਆ, ਆ ਕੇ ਮੱਥਾ ਟੇਕਿਆ, ਪਰ ਦਿਲ ਜਿਹੜਾ ਨਾ ਉਸ ਵੇਲੇ ਧੜਕਦਾ ਪਿਆ, ਬੜੇ ਜ਼ੋਰ ਦੇ ਨਾਲ ਛਾਤੀ ਧੜਕਦੀ ਹੈ ਵੀ ਜੇ ਮਹਾਰਾਜ ਨੇ ਪੁੱਛ ਲਿਆ
ਵੀ ਭਾਈ ਸ਼ਮੀਰ ਪ੍ਰਸ਼ਾਦ ਛਕਿਆ ਤੇ ਮੈਂ ਕੀ ਕਵਾਂਗਾ। ਜੇ ਕਹਿ ਦਿੱਤਾ ਵੀ ਛਕਿਆ ਤੇ ਝੂਠ ਬੋਲਿਆ ਜਾਏਗਾ, ਜੇ ਕਹਿ ਦਿੱਤਾ ਵੀ ਨਹੀਂ ਛਕਿਆ ਤੇ ਮਹਾਰਾਜ ਨੇ ਕਹਿਣਾ ਜੇ ਛਕਣਾ ਹੀ ਨਹੀਂ ਤੇ ਫਿਰ ਲੈ ਕੇ ਕਿਉਂ ਗਏ ਹੋ। ਇਹਦੇ ਵਿੱਚ ਮਹਾਰਾਜ ਗੁੱਸੇ ਹੋ ਜਾਣਗੇ। ਹੁਣ ਦਿਲ ਧੜਕਦਾ ਪਿਆ, ਛਾਤੀ ਕੰਬਦੀ ਪਈ ਉਸ ਵੇਲੇ ਕਿ ਮਹਾਰਾਜ ਨੇ ਪੁੱਛ ਲਿਆ ਤੇ ਮੈਂ ਕੀ ਕਹਿਣਾ। ਐਸੇ ਡਰ ਦੇ ਵਿੱਚ ਭਾਈ ਸ਼ਮੀਰ ਆਇਆ ਹੈ। ਸ਼੍ਰੀ ਮੁਖ ਤੇ ਬੂਝਨ ਕਰਿਓ ਲੈ ਹੁਣ ਮਹਾਪ੍ਰਸ਼ਾਦਾ। ਸਤਿਗੁਰੂ ਜਾਣੀ ਜਾਣ ਨੇ, ਮਹਾਰਾਜ ਨੇ ਪੁੱਛ ਹੀ ਲਿਆ। ਕਹਿਣ ਲੱਗੇ ਭਾਈ ਸ਼ਮੀਰ ਕੱਲ ਪ੍ਰਸ਼ਾਦ ਲੈ ਕੇ ਗਏ ਸੀ ਤੁਸੀਂ, ਤੇ ਮਹਾਰਾਜ ਨੇ ਪੁੱਛਿਆ ਵੀ ਛਕ ਲਿਆ ਪ੍ਰਸ਼ਾਦ ਤੁਸੀਂ, ਕਿੰਨੇ ਕਿੰਨੇ ਛਕਿਆ, ਕਿਹੜੇ ਕਿਹੜੇ ਮੈਂਬਰਾਂ ਨੇ ਛਕਿਆ, ਕਿਵੇਂ ਛਕਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੁੱਛਿਆ ਹੈ। ਅਚਵਨ ਕਰਿਓ ਕਿ ਨਾਹੇ ਤੈਂ ਦਾਨੀ ਅਹਿਲਾਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਪ੍ਰਸ਼ਾਦ ਛਕਿਆ ਹੈ ਜਾਂ ਨਹੀਂ ਛਕਿਆ ਹੈ। ਜਿਹੜਾ ਪ੍ਰਸ਼ਾਦ ਤੁਹਾਨੂੰ ਖੁਸ਼ੀ ਦੇਣ ਵਾਲਾ ਸੀ, ਆਨੰਦ ਦੇਣ ਵਾਲਾ ਸੀ, ਬਖਸ਼ਿਸ਼ ਕਰਨ ਵਾਲਾ, ਉਹ ਪ੍ਰਸ਼ਾਦ ਗੁਰਾਂ ਦਾ ਤੁਸੀਂ ਘਰ ਜਾ ਕੇ ਛਕ ਲਿਆ ਕਿ ਨਹੀਂ ਛਕਿਆ। ਇਹ ਮਹਾਰਾਜ ਨੇ ਉਸ ਵੇਲੇ ਪੁੱਛਿਆ ਤਬ ਹੈ। ਸ਼ਮੀਰ ਬਿਨ ਧਰ ਹੋਇ ਗੁਰ ਤੀਰ ਉਚਾਰੇ। ਉਸ ਵੇਲੇ ਭਾਈ ਸ਼ਮੀਰ ਨੇ ਫਿਰ ਦੱਸਿਆ ਮਹਾਰਾਜ ਨੂੰ, ਹੱਥ ਜੋੜ ਕੇ ਕਹਿਣ ਲੱਗਾ ਵੀ ਮਹਾਰਾਜ ਬੇਨਤੀ ਹੈ, ਤੁਹਾਡੇ ਚਰਨਾਂ ਦੇ ਵਿੱਚ ਬੜੀ ਭਾਵਨਾ ਦੇ ਨਾਲ, ਪਿਆਰ ਦੇ ਵਿੱਚ ਆ ਕੇ ਨਾ ਭਾਈ ਸ਼ਮੀਰ ਦੇ ਹੱਥ ਵੀ ਕੰਬਦੇ ਪਏ, ਤੇ ਜੋ ਬੋਲਦਾ ਹੈ ਜ਼ੁਬਾਨ ਸਾਥ ਨਹੀਂ ਦਿੰਦੀ, ਡਰਿਆ ਬੈਠਾ ਹੈ ਕਿ ਝੂਠ ਬੋਲਿਆ ਨਹੀਂ ਜਾਣਾ ਹੈ ਤੇ ਸੱਚ ਮੈਂ ਦੱਸ ਨਹੀਂ ਸਕਦਾ ਹਾਂ। ਡਰਦੇ ਹੋਏ ਨੇ ਉਸ ਵੇਲੇ ਕਹਿਣ ਲੱਗਾ ਵੀ ਮਹਾਰਾਜ ਫਿਰ ਬਚਨ ਸੁਣਨਾ ਕਰੋ। ਜੈਤੋਂ ਕਾ ਮਾਤੁਲ ਹੈ ਤਿੰਨ ਸਭ ਹਟਕਾਰ। ਕਹਿਣ ਲੱਗਾ ਮਹਾਰਾਜ ਵੀ ਪ੍ਰਸ਼ਾਦ ਤੇ ਮੈਂ ਲੈ ਕੇ ਗਿਆ ਸੀ ਛਕਣ ਵਾਸਤੇ, ਪਰ ਗੱਲ ਇਹ ਆ ਵੀ ਸਾਡੇ ਘਰ ਵਿੱਚ ਮੇਰਾ ਇੱਕ ਮਾਮਾ ਆਇਆ, ਜੈਤੋਂ ਦੇ ਰਹਿਣ ਵਾਲਾ ਹੈ, ਉਹਨੇ ਸਾਨੂੰ ਸਾਰਿਆਂ ਨੂੰ ਰੋਕ ਦਿੱਤਾ ਹੈ। ਖਰੀ ਗੱਲ ਹੀ ਦੱਸ ਦਿੱਤੀ, ਸੱਚੀ ਬਚਨ ਦੱਸਿਆ, ਝੂਠ ਨਹੀਂ ਬੋਲਿਆ। ਕਹਿਣ ਲੱਗਾ ਵੀ ਮੇਰਾ ਮਾਮਾ ਆਇਆ ਜੈਤੋਂ ਤੋਂ, ਉਹਨੇ ਦੂਜੇ ਦੋਵਾਂ ਭਰਾਵਾਂ ਨੂੰ ਵੀ ਰੋਕ ਦਿੱਤਾ ਤੇ ਮੈਨੂੰ ਵੀ ਰੋਕ ਦਿੱਤਾ ਹੈ। ਸਾਨੂੰ ਉਸਨੇ ਰੋਕਿਆ ਤੇ ਅਸੀਂ ਤੁਹਾਡਾ ਪ੍ਰਸ਼ਾਦ ਛਕ ਨਹੀਂ ਸਕੇ। ਹਾਂ ਨਹਿ ਅਚਬੋ ਝਟਕਾ ਸਕਲ ਰਿਸ ਪੀਰ ਉਪਾਵੇ। ਉਸਨੇ ਆਖਿਆ ਸੀ ਵੀ ਇਹ ਮਹਾਰਾਜ ਨੇ ਤੁਹਾਡੇ ਵਾਸਤੇ ਡਲਿਆਂ ਦਾ ਪ੍ਰਸ਼ਾਦ ਭੇਜਿਆ ਹੈ, ਜੇ ਤੁਸੀਂ ਖਾ ਲਿਆ ਤੇ ਪੀਰ ਤੁਹਾਡੇ ਤੇ ਨਾਰਾਜ਼ ਹੋਵੇਗਾ। ਹੁਣ ਮਹਾਰਾਜ ਨੇ ਤੇ ਪ੍ਰਸ਼ਾਦਾ ਹੀ ਛਕਿਆ ਸੀ, ਪ੍ਰਸ਼ਾਦੇ ਨੂੰ ਢੱਕ ਕੇ ਲੈ ਕੇ ਗਿਆ ਆਪਣੇ ਘਰ ਵਿੱਚ। ਮਹਾਰਾਜ ਨੇ ਕਲਾ ਹੀ ਇਹੋ ਜਿਹੀ ਵਰਤਾਈ ਹੈ ਕਿ ਉਹ ਡਲੇ ਬਣ ਗਿਆ। ਹੁਣ ਸੋਚਦਾ ਪਿਆ ਜੇ ਖਾਂਦਾ ਹਾਂ ਤੇ ਮਾਮੇ ਨੇ ਆਖਿਆ ਪੀਰ ਨਾਰਾਜ਼ ਹੋਵੇਗਾ ਤੁਹਾਡੇ ਉੱਪਰ। ਕਹਿਣ ਲੱਗਾ ਮਹਾਰਾਜ ਤਾਂ ਅਸੀਂ ਉਸ ਨੂੰ ਛਕਿਆ ਨਹੀਂ ਹੈ। ਸਦਨ ਵੇਖੈ ਧਨ ਧਾਨ ਗਨ ਜੁਤ ਮਾਲ ਖਪਾਵੇ। ਸਾਡੇ ਮਾਮੇ ਨੇ ਇਹ ਗੱਲ ਕਹੀ ਹੈ ਵੀ ਜੇ ਆਪਾਂ ਇਹ ਮਾਸ ਦਾ ਭੋਜਨ ਛਕ ਲਿਆ ਡਲਿਆਂ ਦਾ, ਜੇ ਛਕਦੇ ਤੇ ਮਹਾਰਾਜ ਨੇ ਉਹਨੂੰ ਪਕਵਾਨ ਬਣਾ ਦੇਣਾ ਸੀ। ਪਿੱਛੇ ਆਪਾਂ ਕੱਲ ਵੀ ਇਤਿਹਾਸ ਵਿੱਚ ਸਾਖੀ ਸਰਵਣ ਕੀਤੀ ਹੈ ਕਿ ਸਤਿਗੁਰੂ ਜੀ ਛਿਣ ਵਿੱਚ ਜੋ ਚਾਹੁਣ ਉਹ ਕਰ ਸਕਦੇ, ਪਰ ਇਹਨਾਂ ਨੇ ਛਕਿਆ ਹੀ ਨਹੀਂ ਹੈ। ਪੀਰ ਤਾਂ ਤਰਕ ਦਿੱਤੀ ਮਾਮੇ ਨੇ ਵੀ ਜੇ ਆਪਾਂ ਖਾ ਲਿਆ, ਨਾ ਆਪਣੇ ਘਰ ਰਹਿਣੇ, ਨਾ ਆਪਣੀ ਜ਼ਮੀਨ ਜਾਇਦਾਦ ਰਹਿਣੀ ਹੈ, ਨਾ ਧਨ ਪਦਾਰਥ ਰਹਿਣਾ। ਪੀਰ ਨੇ ਨਾਰਾਜ਼ ਹੋ ਕੇ ਸਾਡਾ ਸਭ ਕੁਝ ਬਰਬਾਦ ਕਰ ਦੇਣਾ। ਸਾਨੂੰ ਇਹੋ ਜਿਹਾ ਡਰ ਦਿੱਤਾ, ਅਸੀਂ ਤੁਹਾਡਾ ਪ੍ਰਸ਼ਾਦ ਖਾ ਨਹੀਂ ਸਕੇ। ਹਾਂ ਲੈ ਕਰ ਥਾਰ ਪ੍ਰਸਾਦ ਕੋ ਵਿੱਚ ਧਰਾ ਦਬਾਇਓ। ਇਸ ਕਰਕੇ ਮਹਾਰਾਜ ਅਸੀਂ ਛਕਿਆ ਨਹੀਂ। ਉਹ ਜਿਹੜਾ ਪ੍ਰਸ਼ਾਦ ਹੈ ਨਾ, ਅਸੀਂ ਧਰਤੀ ਵਿੱਚ ਦੱਬ ਦਿੱਤਾ। ਸੱਚਾ ਬਚਨ ਦੱਸਿਆ ਵੀ ਮਹਾਰਾਜ ਖਾ ਹੀ ਨਹੀਂ ਸਕੇ। ਚਾਹੁੰਦੇ ਸੀ ਖਾਣਾ, ਪਰ ਸਾਡੇ ਮਾਮੇ ਨੇ ਇਹੋ ਜਿਹਾ ਡਰਾਵਾ ਪਾਇਆ ਵੀ ਪੀਰ ਨਾਰਾਜ਼ ਹੋ ਜਾਏਗਾ, ਘਰ ਬਾਰ ਆਪਣੇ ਬਰਬਾਦ ਹੋ ਜਾਣਗੇ, ਤੇ ਅਸੀਂ ਉਹ ਤੁਹਾਡਾ ਪ੍ਰਸ਼ਾਦ ਧਰਤੀ ਵਿੱਚ ਦੱਬ ਦਿੱਤਾ ਹੈ। ਬਿਨਾ ਭਨੇ ਜਾਨੋ ਪ੍ਰਭੂ ਮੈਂ ਸਾਚ ਅਲਾਇਓ। ਸਤਿਗੁਰੂ ਮੈਂ ਬਚਨ ਤਾਂ ਨਹੀਂ ਤੁਹਾਡੇ ਕੋਲੋਂ ਛੁਪਾਇਆ ਕਿਉਂਕਿ ਤੁਸੀਂ ਤੇ ਬਿਨਾਂ ਕਹਿਣ ਤੋਂ ਹੀ ਜਾਣਦੇ ਹੋ। ਇਹ ਤੇ ਇੱਕ ਬਹਾਨਾ ਵੀ ਤੁਸੀਂ ਮੈਨੂੰ ਪੁੱਛ ਲਿਆ ਵੀ ਭਾਈ ਸ਼ਮੀਰ ਪ੍ਰਸ਼ਾਦ ਛਕਿਆ ਕਿ ਨਹੀਂ ਛਕਿਆ, ਵੀ ਭਾਈ ਸ਼ਮੀਰ ਸੱਚ ਬੋਲਦਾ ਕਿ ਝੂਠ ਬੋਲਦਾ। ਪਰ ਮੈਨੂੰ ਇਹ ਪਤਾ ਵੀ ਜੇ ਮੈਂ ਝੂਠ ਵੀ ਬੋਲਿਆ ਤੇ ਤੁਹਾਨੂੰ ਤਾਂ ਵੀ ਪਤਾ ਲੱਗ ਜਾਣਾ ਹੈ, ਕਿਉਂਕਿ ਤੁਸੀਂ ਘੱਟ ਘੱਟ ਕੇ ਅੰਤਰ ਕੀ ਜਾਣ ਤੋਂ ਸਾਰਿਆਂ ਦੀ ਜਾਣਨ ਵਾਲੇ ਹੋ। ਮਹਾਰਾਜ ਮੈਂ ਬਚਨ ਛੁਪਾਇਆ ਕੋਈ ਨਹੀਂ, ਮੈਂ ਸੱਚੀ ਗੱਲ ਦੱਸੀ ਵੀ ਛਕਿਆ ਨਹੀਂ, ਅਸੀਂ ਧਰਤੀ ਵਿੱਚ ਦੱਬ ਦਿੱਤਾ ਹੈ। ਸੁਨ ਸਤਿਗੁਰ ਬੋਲੇ ਤਵੈ ਧਰਨੀ ਬਰਸਾਈ। ਸਤਿਗੁਰਾਂ ਨੇ ਸੁਣਿਆ ਬਚਨ ਭਾਈ ਸ਼ਮੀਰ ਦੇ ਕੋਲੋਂ, ਤੇ ਮਹਾਰਾਜ ਸੁਭਾਵਕ ਹੀ ਕਹਿਣ ਲੱਗੇ, ਕਹਿੰਦੇ ਚਲੋ ਚੰਗਾ ਹੀ ਹੋਇਆ, ਧਰਤੀ ਕਹਿੰਦੇ ਵਰੋਸਾਈ ਗਈ ਮਾਲਵੇ ਦੀ। ਜਿਹੜੀ ਧਰਤੀ ਉਜੜੀ ਪਈ ਸੀ ਨਾ ਬੜੇ ਸਮੇਂ ਦੀ, ਇੱਥੇ ਜੰਗਲ ਬੀਆਬਾਨ, ਨਾ ਕੋਈ ਫਸਲ ਹੈ, ਨਾ ਕੋਈ ਖੇਤੀ ਹੈ, ਨਾ ਕੋਈ ਇੱਥੇ ਰਹਿਣ ਸਹਿਣ ਦਾ ਕੋਈ ਚੰਗਾ ਢੰਗ ਹੈ। ਕਹਿਣ ਲੱਗੇ ਇਹ ਵੀ ਚੰਗਾ ਹੀ ਹੋਇਆ ਭਾਈ ਸ਼ਮੀਰ, ਤੇਰਾ ਪ੍ਰਸ਼ਾਦਾ ਧਰਤੀ ਵਿੱਚ ਦੱਬਣ ਕਰਕੇ ਧਰਤੀ ਵਰੋਸਾਈ ਗਈ ਹੈ, ਭਾਗਾਂ ਵਾਲੀ ਹੋ ਗਈ ਹੈ ਜਿੱਥੇ ਤੂੰ ਸਾਡਾ ਪ੍ਰਸ਼ਾਦ ਦੱਬਿਆ ਹੈ। ਤੁਮ ਕੋ ਨਹਿ ਪ੍ਰਾਪਤ ਭਈ ਤਿੰਨ ਮੂਢ ਗਵਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਇਹ ਪ੍ਰਸ਼ਾਦ ਪ੍ਰਾਪਤ ਨਹੀਂ ਹੋਇਆ ਕਿਉਂਕਿ ਤੁਹਾਡਾ ਮਾਮਾ ਮੂਰਖ ਹੈ। ਮੂਰਖ ਨੇ ਆਪ ਵੀ ਕੁਝ ਨਹੀਂ ਲਿਆ ਤੇ ਤੁਹਾਨੂੰ ਵੀ ਕੁਝ ਨਹੀਂ ਲੈਣ ਦਿੱਤਾ ਹੈ। ਤੁਸੀਂ ਉਹਦੇ ਪਿੱਛੇ ਲੱਗ ਕੇ
ਆਪਣੀ ਬਖਸ਼ਿਸ਼ ਆਪਣੇ ਕੋਲੋਂ ਗਵਾ ਲਈ ਅਦਮ ਹੈ। ਨ ਕੀਨੋ ਅੰਨ ਕੋ ਤੁੰਬਰਾ ਪਰ ਕਮਾਇਓ। ਮਹਾਰਾਜ ਕਹਿਣ ਲੱਗੇ ਤੁਸੀਂ ਅੰਨ ਦਾ ਚੰਗਾ ਨਹੀਂ ਕੀਤਾ, ਅੰਨ ਦੀ ਨਰਾਦਰੀ ਕੀਤੀ ਹੈ। ਅੰਨ ਜਿਹੜਾ ਹੈ ਨਾ ਉਸ ਨੂੰ ਬੜੇ ਸਤਿਕਾਰ ਦੇ ਨਾਲ ਜਿਹੜਾ ਹੈ ਪ੍ਰਾਪਤ ਕੀਤਾ ਜਾਂਦਾ, ਛਕਿਆ ਜਾਂਦਾ। ਪਰ ਕਈ ਵਾਰੀ ਅਸੀਂ ਅੰਨ ਦੀ ਨਰਾਦਰੀ ਵੀ ਕਰਦੇ ਹਾਂ, ਤੇ ਜਿਹੜਾ ਅੰਨ ਦੀ ਨਰਾਦਰੀ ਕਰਦਾ ਫਿਰ ਇੱਕ ਸਮਾਂ ਆਉਂਦਾ ਅੰਨ ਉਹਦੀ ਵੀ ਨਰਾਦਰੀ ਕਰਦਾ ਹੈ। ਘਰ ਦੇ ਵਿੱਚ ਚਲੋ ਭੋਜਨ ਪ੍ਰਸ਼ਾਦਾ ਅਸੀਂ ਛਕਦੇ ਹਾਂ, ਗੁਰੂ ਦੇ ਲੰਗਰ ਦੇ ਭੋਜਨ ਦਾ ਪ੍ਰਸ਼ਾਦਾ ਜਿਹੜਾ ਬੜਾ ਸਤਿਕਾਰ ਰੱਖਣਾ ਚਾਹੀਦਾ। ਜਿੰਨਾ ਛਕਣਾ ਓਨਾ ਹੀ ਥਾਲੇ ਵਿੱਚ ਪਵਾਓ, ਲੋੜ ਹੈ ਤੇ ਦੁਬਾਰਾ ਪਵਾਇਆ ਜਾ ਸਕਦਾ, ਪਰ ਆਪਣਾ ਵਧਿਆ ਹੋਇਆ ਪ੍ਰਸ਼ਾਦਾ ਕਦੇ ਸੁੱਟਣਾ ਨਹੀਂ ਚਾਹੀਦਾ। ਇਹਦਾ ਲੇਖਾ ਇੱਕ ਇੱਕ ਦਾਲ ਦੇ ਦਾਣੇ ਦਾ ਲੇਖਾ ਤੇ ਇੱਕ ਇੱਕ ਕਣਕ ਦੇ ਦਾਣੇ ਦਾ ਲੇਖਾ ਹੋਣਾ ਹੈ, ਹਿਸਾਬ ਹੋਣਾ ਹੈ। ਤੇ ਜਿਹੜਾ ਵੇਸਟ ਗਵਾਇਆ ਜਾਵੇਗਾ ਨਾ, ਐਵੇਂ ਸੁੱਟਿਆ ਜਾਵੇਗਾ ਫਾਲਤੂ ਵੀ, ਚਲੋ ਕੋਈ ਗੱਲ ਨਹੀਂ ਹੈ। ਇਹਦਾ ਰੱਬ ਦੇ ਘਰ ਵੀ ਲੇਖਾ ਹੋਣਾ ਵੀ ਤੂੰ ਸੰਗਤ ਦਾ ਇਹ ਲਿਆਂਦਾ ਹੋਇਆ ਭੋਜਨ ਭੰਡਾਰਾ ਗਵਾਇਆ ਹੈ। ਤੇ ਕਈ ਵਾਰੀ ਗੁਰਮੁਖੋ ਆਪਾਂ ਇਹ ਕਰਦੇ ਹਾਂ ਵੀ ਲਾਲਚ ਕਰਕੇ ਨਾ ਘਰ ਨੂੰ ਵੀ ਲੈ ਤੁਰਦੇ ਹਾਂ। ਭਾਂਡਾ ਲਿਆ ਕੇ ਉਹਦੇ ਵਿੱਚ ਪਾ ਲਿਆ ਵੀ ਘਰੇ ਜਾ ਕੇ ਤੱਤਾ ਕਰ ਕਰਕੇ ਖਾਵਾਂਗੇ। ਲੱਗੇ ਹੋਏ ਪ੍ਰਸ਼ਾਦ ਦੇ ਭੋਗ ਨੂੰ ਕਦੇ ਗਰਮ ਨਹੀਂ ਕਰੀਦਾ ਹੈ। ਜਿਸ ਪ੍ਰਸ਼ਾਦ ਨੂੰ ਭੋਗ ਲੱਗ ਗਿਆ ਨਾ ਉਹ ਪ੍ਰਸ਼ਾਦ ਬਣ ਗਿਆ, ਪਰ ਆਪਣੀ ਜ਼ੁਬਾਨ ਦੇ ਸਵਾਦ ਵਾਸਤੇ ਫਿਰ ਜਾ ਕੇ ਉਹਨੂੰ ਕੁੱਕਰ ਵਿੱਚ ਪਾ ਕੇ ਸੀਟੀ ਮਰਵਾਵੇਂ ਵੀ ਇਹਨੂੰ ਸਵਾਦ ਬਣਾ ਲਈਏ। ਨਹੀਂ, ਇਹ ਮਹਾਰਾਜ ਦੇ ਪ੍ਰਸ਼ਾਦ ਦਾ ਤੂੰ ਸਤਿਕਾਰ ਨਹੀਂ ਕਰਦਾ ਪਿਆ, ਜ਼ੁਬਾਨ ਦੇ ਸਵਾਦ ਦੇ ਵਾਸਤੇ ਫਿਰ ਉਸ ਨੂੰ ਤਿਆਰ ਕਰਦਾ ਪਿਆ। ਤੇ ਫਿਰ ਜੇ ਬਹੁਤਾ ਪਕਵਾਨ ਲੈ ਕੇ ਚਲਾ ਗਿਆ ਨਾ, ਕਈ ਵਾਰੀ ਅਸੀਂ ਵੱਡਾ ਭਾਂਡਾ ਲੈ ਆਈਦਾ ਤੇ ਬਹੁਤਾ ਉਹਦੇ ਵਿੱਚ ਪੈ ਜਾਂਦਾ। ਇੱਕ ਬੰਦਾ ਦਾ ਭੋਜਨ ਛਕਣਾ ਹੈ, ਲੈ ਗਏ ਅਸੀਂ 10 ਬੰਦਿਆਂ ਦਾ, ਫਿਰ ਉਹ ਖਾਧਾ ਨਹੀਂ ਗਿਆ, ਜਾ ਕੇ ਕੁੱਤੇ ਅੱਗੇ ਸੁੱਟ ਦਿੱਤਾ ਵੀ ਵੱਧ ਗਿਆ ਤੇ ਰੋਟੀਆਂ ਕੁੱਤਿਆਂ ਅੱਗੇ ਸੁੱਟ ਦਿਓ, ਗਾਵਾਂ ਨੂੰ ਸੁੱਟ ਦਿਓ ਪਰੇ ਲਿਜਾ ਕੇ। ਪਰ ਬਚਨ ਇਹ ਹੈ ਵੀ ਉਹ ਜਿਹੜਾ ਗੁਰੂ ਦਾ ਸੱਟਿਆ ਹੋਇਆ ਪ੍ਰਸ਼ਾਦ ਹੈ ਨਾ, ਉਹਦਾ ਹਿਸਾਬ ਕਿਤਾਬ ਹੋਵੇਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਜਦੋਂ ਉਹਨੇ ਵਹੀ ਖਾਤਾ ਫੋਲਿਆ ਨਾ, ਫਿਰ ਉਹਨੇ ਬੜੀ ਬਰੀਕੀ ਨਾਲ ਇੱਕ ਇੱਕ ਦਾਣੇ ਦਾ ਹਿਸਾਬ ਲੈ ਕੇ ਆਉਣਾ ਵੀ ਆ ਜਾ ਇੱਧਰ ਕਿੱਧਰ ਚੱਲੇ। ਤੇ ਫਿਰ ਜਿਹੜਾ ਸੁੱਟਿਆ ਹੋਵੇਗਾ ਨਾ ਗੁਰੂ ਦਾ ਪਕਵਾਨ, ਉਹਦਾ ਲੇਖਾ ਦੇਣਾ ਬੜਾ ਔਖਾ ਹੈ। ਕੋਈ ਮਹਾਤਮਾ ਬੈਠੇ ਹੋਏ ਤਾਂ ਕੀ ਵੇਖਦੇ ਪਿਆ, ਗਾਵਾਂ ਭੁੱਖੀਆਂ, ਚਾਰਾ ਨਹੀਂ ਮਿਲਦਾ ਪਿਆ ਹੈ। ਤੇ ਕਿਸੇ ਸ਼ਰਧਾਲੂ ਨੇ ਪੁੱਛ ਲਿਆ, ਕਹਿਣ ਲੱਗਾ ਜੀ ਇਹ ਭੁੱਖੀਆਂ ਕਿਉਂ ਨੇ, ਇਹ ਖਾਂਦੀਆਂ ਕਿਉਂ ਨਹੀਂ ਕੁਝ ਪਈਆਂ। ਤੇ ਮਹਾਤਮਾ ਨੇ ਬੜਾ ਹੀ ਸੋਹਣਾ ਬਚਨ ਆਖਿਆ, ਕਹਿਣ ਲੱਗੇ ਵੀ ਇਹਨਾਂ ਨੇ ਨਾ ਭਾਈ ਲੰਗਰ ਦੇ ਵਿੱਚ ਬੈਠ ਕੇ ਨਾ, ਜਦੋਂ ਕਿਸੇ ਗੁਰਮੁਖ ਪਿਆਰੇ ਨੇ ਪ੍ਰਸ਼ਾਦਾ ਵਰਤਾਇਆ ਨਾ, ਤੇ ਪ੍ਰਸ਼ਾਦਾ ਤੇ ਇਹਨਾਂ ਨੇ ਲੈ ਲਿਆ ਤੇ ਪ੍ਰਸ਼ਾਦੇ ਨਾਲ ਪ੍ਰਸ਼ਾਦਾ ਮਾਰ ਕੇ ਤੇ ਝਾੜਨ ਲੱਗ ਪਿਆ ਵੀ ਧੂੜਾ ਲੱਗਾ ਹੈ। ਤੇ ਅਸੀਂ ਤੇ ਧੂੜੇ ਵਾਲਾ ਕਦੇ ਖਾਧਾ ਨਹੀਂ, ਉਹ ਧੂੜਾ ਸਾਰਾ ਥੱਲੇ ਸੁੱਟਿਆ ਤੇ ਪ੍ਰਸ਼ਾਦਾ ਛਕਿਆ, ਤੇ ਉਹਦੇ ਵੀ ਕਿੰਕਰੇ ਤੋੜ ਤੋੜ ਕੇ ਥਾਲੀ ਵਿੱਚ ਪਾਸੇ ਰੱਖ ਦਿੱਤੇ ਵੀ ਇਹ ਮੋਟੇ ਨੇ, ਖਾਧੇ ਨਹੀਂ ਜਾਂਦੇ। ਇਹਨਾਂ ਨੇ ਗੁਰੂ ਦੇ ਲੱਗੇ ਹੋਏ ਪ੍ਰਸਾਦ ਦੇ ਭੋਗ ਦਾ ਇਸ ਤਰ੍ਹਾਂ ਨਰਾਦਰ ਕੀਤਾ ਹੈ। ਪਰਮਾਤਮਾ ਨੇ ਲੇਖਾ ਦੇਣ ਵਾਸਤੇ ਜਨਮ ਵੀ ਇਹੋ ਜਿਹਾ ਦਿੱਤਾ ਹੈ, ਔਰ ਇਸ ਵੇਲੇ ਭੁੱਖ ਦੇ ਨਾਲ ਇਹ ਤੜਫਦੀਆਂ ਪਈਆਂ, ਖਾਣ ਵਾਸਤੇ ਸੁੱਕੇ ਤੀਲੇ ਵੀ ਨਹੀਂ ਮਿਲਦੇ ਪਏ। ਪੂਰਾ ਨਿਆਓ ਕਰੇ ਕਰਤਾਰ, ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੇ। ਬਾਣੀ ਦਾ ਬਚਨ ਹੈ। ਕਈ ਵਾਰੀ ਪਕਵਾਨ ਇੰਨੇ ਆ ਜਾਂਦੇ, ਉਹਨਾਂ ਨੂੰ ਨੱਕ ਬੁੱਲ ਚੜਾਉਂਦਾ ਵੀ ਇਹ ਨਹੀਂ ਖਾਣ ਵਾਲੇ। ਕਦੇ ਫਿਰ ਰੱਬ ਇਹੋ ਜਿਹਾ ਸਮਾਂ ਲੈ ਕੇ ਆਉਂਦਾ ਹੈ, ਹੱਥ ਵਿੱਚ ਠੂਠਾ ਫੜ ਕੇ ਦਰ ਦਰ ਦੇ ਉੱਪਰ ਬੁਰਕੀ ਬੁਰਕੀ ਮੰਗਦਾ ਪਿਆ ਹੈ। ਰੱਬ ਦੇ ਭੈ ਤੋਂ ਡਰਨਾ ਚਾਹੀਦਾ ਹੈ। ਸੋ ਮਹਾਰਾਜ ਕਹਿਣ ਲੱਗੇ ਵੀ ਇਹ ਬੜਾ ਹੀ ਮਾੜਾ ਕੰਮ ਕੀਤਾ ਤੁਸੀਂ, ਗੁਰੂ ਦੇ ਲੱਗੇ ਹੋਏ ਪ੍ਰਸਾਦ ਦੇ ਭੋਗ ਨੂੰ ਤੁਸੀਂ ਧਰਤੀ ਵਿੱਚ ਸੁੱਟਿਆ, ਇਹ ਪਾਪ ਵਾਲਾ ਕਰਮ ਕੀਤਾ ਹੈ। ਤੁਹਾਡੇ ਕਰਮਾਂ ਵਿੱਚ ਇਹ ਦਾਤ ਨਹੀਂ ਤੇ ਤੁਸੀਂ ਲਈ ਨਹੀਂ ਹੈ। ਗੁਰਮੁਖੋ ਇਹ ਸਾਖੀਆਂ ਕੱਲੀਆਂ ਸੁਣਨ ਵਾਸਤੇ ਨਹੀਂ ਵੀ ਚਲੋ ਕੰਨ ਰਾਸੀ ਹੈ ਸੁਣ ਛੱਡੀਏ, ਇਹਨਾਂ ਨੂੰ ਜੀਵਨ ਵਿੱਚ ਕਮਾ ਵੀ ਲਈਏ, ਵੀ ਇਹ ਜੀਵਨ ਵਿੱਚ ਕਮਾਉਣੀਆਂ ਨੇ। ਇਹ ਸਾਖੀਆਂ ਮਹਾਰਾਜ ਦਾ ਇਤਿਹਾਸ, ਤਾਂ ਹੀ ਸਾਡਾ ਜੀਵਨ ਸਫਲਾ ਹੋਣਾ ਹੈ। ਤਵੈ ਪਰੈ ਦੁਰਭਿਛ ਬਹੁ ਜੇ ਅਦਬ ਗਵਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਸ ਧਰਤੀ ਦੇ ਉੱਪਰ ਬੜਾ ਭਾਰੀ ਦੁਰਭਿਛ ਜਿਹੜਾ ਹੈ ਉਹ ਪਿਆ ਹੈ, ਕਿਉਂਕਿ ਤੁਸੀਂ ਅਦਬ ਨਹੀਂ ਕੀਤਾ ਹੈ। ਭਦਰ ਸੈਨ ਨ੍ਰਿਪ ਪ੍ਰਥਮ ਭਾਤਿਨ ਕੀ ਅਪਮਾਨਾ। ਕਹਿਣ ਲੱਗੇ ਵੀ ਇਸ ਧਰਤੀ ਦੇ ਉੱਪਰ ਇੱਕ ਭਦਰ ਸੈਨ ਨਾਮ ਦਾ ਰਾਜਾ ਹੋਇਆ। ਪਹਿਲੇ ਯੁੱਗਾਂ ਦੀ ਮਹਾਰਾਜ ਘਟਨਾ ਦੱਸਦੇ। ਕਹਿਣ ਲੱਗੇ ਉਹ ਭਦਰ ਸੈਨ ਨਾਮ ਦਾ ਰਾਜਾ ਸੀ, ਤੇ ਉਸਨੇ ਵੀ ਜਿਵੇਂ ਤੁਸੀਂ ਅਪਮਾਨ ਕੀਤਾ ਨਾ ਅੰਨ ਦਾ, ਐਸੇ ਤਰ੍ਹਾਂ ਇਸ ਰਾਜੇ ਨੇ ਵੀ ਅਪਮਾਨ ਕੀਤਾ ਹੈ। ਉਜਰ ਗਇਓ ਇਹ ਦੇਸ਼ ਸਭ ਜੰਗਲ ਅਬ ਜਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਦੇਸ਼ ਉਦੋਂ ਦਾ ਹੀ ਉਜੜਿਆ ਹੋਇਆ, ਜਿਸ ਮਾਲਵੇ ਵਿੱਚ ਅੱਜ ਅਸੀਂ ਚਰਨ ਪਾਉਂਦੇ ਪਏ ਹਾਂ, ਇਹ ਦੇਸ਼ ਤਾਂ ਉਜੜ ਗਿਆ। ਇੱਥੇ ਭਦਰ ਸੈਨ ਨਾਮ ਦਾ ਰਾਜਾ ਕਿਸੇ ਪਹਿਲੇ ਯੁੱਗ ਵਿੱਚ ਹੋਇਆ। ਉਹਨੇ ਅੰਨ ਦਾ ਨਰਾਦਰ ਕੀਤਾ ਸੀ, ਤੇ ਅੰਨ ਦਾ ਨਰਾਦਰ ਕਰਨ ਕਰਕੇ
ਇਹ ਸਾਰਾ ਦੇਸ਼ ਉਜੜ ਗਿਆ, ਤਾਂ ਇੱਥੇ ਕੋਈ ਫਸਲਬਾੜੀ ਕੋਈ ਵਸਤੂ ਜਿਹੜੀ ਹੈ ਉਹ ਛਕਣ ਵਾਸਤੇ ਜਾਂ ਵਸਣ ਵਾਸਤੇ ਨਹੀਂ ਹੁੰਦੀ ਪਈ ਚਲਤ ਹੈ। ਹੋਤੀ ਦਵੈ ਨਦੀ ਤਬ ਭਟਲੀ ਸ਼ੁਭ ਚਿਤਰਾ। ਇਸ ਦੇਸ਼ ਦੇ ਵਿੱਚ ਪਹਿਲਾਂ ਦੋ ਨਦੀਆਂ ਵਹਿੰਦੀਆਂ ਸਨ ਪਹਿਲੇ ਸਮੇਂ ਵਿੱਚ ਨਾ, ਇੱਕ ਭਟਲੀ ਨਾਮ ਦੀ ਨਦੀ ਤੇ ਇੱਕ ਚਿਤਰਾ ਨਾਮ ਦੀ ਨਦੀ, ਜਿਹੜੀਆਂ ਮਾਲਵੇ ਦੇ ਵਿੱਚੋਂ ਲੰਘਦੀਆਂ ਸਨ ਪਹਿਲੇ ਸਮੇਂ ਵਿੱਚ ਕਿਤੇ। ਪਰ ਮਹਾਰਾਜ ਕਹਿਣ ਲੱਗੇ ਵੀ ਰਾਜੇ ਨੇ ਐਸਾ ਨਰਾਦਰ ਕੀਤਾ, ਉਹ ਨਦੀਆਂ ਨੇ ਆਪਣਾ ਰਸਤਾ ਹੀ ਬਦਲ ਲਿਆ ਵੀ ਇਸ ਰਸਤੇ 'ਚੋਂ ਇਸ ਇਲਾਕੇ 'ਚੋਂ ਲੰਘਣਾ ਹੀ ਨਹੀਂ ਹੈ। ਸੋਕਾ ਪੈਣ ਕਰਕੇ ਸਾਰਾ ਦੇਸ਼ ਇਹ ਇਲਾਕਾ ਬਰਬਾਦ ਹੋ ਗਿਆ ਹੈ। ਹਟੀ ਅਵਗਿਆ ਦੇਖ ਕੈ ਥਲ ਭਾ ਅਪਵਿੱਤਰਾ। ਤੇ ਇਹ ਧਰਤੀ ਨੂੰ ਅਪਵਿੱਤਰ ਜਾਣ ਕੇ ਉਹ ਨਦੀਆਂ ਜਿਹੜੀਆਂ ਸਨ ਪਿੱਛੇ ਹਟ ਗਈਆਂ, ਤੇ ਇਸ ਕਰਕੇ ਪਾਣੀ ਨਾ ਹੋਣ ਕਰਕੇ ਇੱਥੇ ਐਸੀ ਵਿਪਤਾ ਆ ਕੇ ਬਣੀ ਹੈ। ਹਮਰੇ ਸੀਤ ਪ੍ਰਸਾਦ ਨੇ ਰੋਕਿਓ ਇਹ ਥਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਇਹ ਤੁਸੀਂ ਪਾਪ ਕੀਤਾ। ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਵੀ ਭਟਲੀ ਅਤੇ ਚਰਿਤਰਾ ਨਾਮ ਦੀਆਂ ਜੋ ਨਦੀਆਂ ਨੇ ਨਾ, ਹੁਣ ਮਾਲਵੇ ਵਿੱਚ ਨਹੀਂ ਵਹਿੰਦੀਆਂ। ਅੱਜ ਤੁਸੀਂ ਵੇਖੋਗੇ ਜਾ ਕੇ, ਨਾ ਤੁਹਾਨੂੰ ਕਿਸੇ ਨਕਸ਼ੇ ਵਿੱਚ ਮਿਲਣੀਆਂ, ਨਾ ਕਿਤੇ ਉਹ ਵਹਿੰਦੀਆਂ ਹੋਈਆਂ ਦੇ ਨਿਸ਼ਾਨ ਨਹੀਂ ਮਿਲਣੇ। ਉਹ ਕਿਤੇ ਪਹਿਲੇ ਸਮਿਆਂ ਦੀ ਘਟਨਾ, ਸੁੱਕ ਗਈਆਂ, ਖਤਮ ਹੋ ਗਈਆਂ। ਪਰ ਕਹਿਣ ਲੱਗੇ ਜਿਹੜੀ ਭਟਲੀ ਨਾਮ ਦੀ ਨਦੀ ਸੀ ਨਾ, ਬਠਿੰਡੇ ਦੇ ਕੋਲ ਵਗਦੀ ਸੀ ਉਹਨਾਂ ਸਮਿਆਂ ਵਿੱਚ, ਜਦੋਂ ਕਿਤੇ ਰਾਜਾ ਹੋਇਆ ਨਾ, ਜਿਹਦਾ ਆਪਾਂ ਨਾਂ ਸਰਵਣ ਕੀਤਾ ਸੀ, ਭੱਦਰ ਸੈਨ, ਉਦੋਂ ਇਹ ਨਦੀ ਬਠਿੰਡੇ ਦੇ ਕੋਲੋਂ ਵਗ ਕੇ ਤੇ ਇਸ ਸਾਰੇ ਇਲਾਕੇ ਨੂੰ ਖੁਸ਼ਹਾਲ ਕਰਦੀ ਹੈ। ਤੇ ਜਿਹੜੀ ਦੂਜੀ ਨਦੀ ਹੈ ਜਿਸ ਨੂੰ ਚਰਿਤਰਾ ਕਿਹਾ ਜਾਂਦਾ, ਇਹ ਫਿਰੋਜ਼ਪੁਰ ਦੇ ਕੋਲ ਦੀ ਵਗਦੀ ਸੀ ਉਹਨਾਂ ਸਮਿਆਂ ਵਿੱਚ, ਤੇ ਸਾਰੇ ਇਲਾਕੇ ਨੂੰ, ਜਿਵੇਂ ਮੁਕਤਸਰ ਹੈ, ਮਲੋਟ ਹੈ, ਬਠਿੰਡਾ ਹੈ, ਜਿੰਨਾ ਵੀ ਇਲਾਕਾ, ਇਹ ਸਾਰੇ ਇਲਾਕੇ ਨੂੰ ਆਪਣੇ ਪਾਣੀ ਦੇ ਨਾਲ ਉਹ ਸਿੰਚਦੀ ਸੀ, ਤੇ ਸਾਰਾ ਇਲਾਕਾ ਹਰਿਆ ਭਰਿਆ ਫਸਲ ਦੇਣ ਵਾਲਾ ਵਸਿਆ ਹੋਇਆ ਹੈ। ਪਰ ਜਦੋਂ ਦਾ ਰਾਜੇ ਨੇ ਨਰਾਦਰ ਕੀਤਾ, ਇਹਨਾਂ ਨਦੀਆਂ ਨੇ ਆਪਣਾ ਰਸਤਾ ਬਦਲ ਲਿਆ ਉਸ ਵੇਲੇ, ਤੇ ਕਿਤੇ ਕਿਤੇ ਇਹਨਾਂ ਦੀ ਟੋਹ ਮਿਲਦੀ ਹੈ, ਕਿਤੇ ਕਿਤੇ ਇਹਨਾਂ ਦੇ ਨਿਸ਼ਾਨ ਨਦੀਆਂ ਦੇ, ਹੋ ਸਕਦਾ ਕਿਤੇ ਰੇਤਾ ਦਾ ਟਿੱਬਾ ਪਿਆ ਹੋਵੇ, ਜਾਂ ਕੋਈ ਕਿਤਿਓਂ ਲੰਘਣ ਦੀ ਕੋਈ ਥੋੜ੍ਹੀ ਬਹੁਤੀ ਭਾਵੇਂ ਕਿਤੇ ਨਿਸ਼ਾਨੀ ਇਹਨਾਂ ਇਲਾਕਿਆਂ ਵਿੱਚ ਮਿਲਦੀ ਹੋਵੇ। ਨਹੀਂ ਤੇ ਇਹ ਜਿਹੜੀਆਂ ਨਦੀਆਂ ਹਨ, ਇਹ ਆਪਣਾ ਰਸਤਾ ਬਦਲ ਕੇ ਇੱਥੋਂ ਚਲੇ ਗਈਆਂ। ਵਿਦਵਾਨਾਂ ਦੀ ਵਿਚਾਰ ਹੈ ਵੀ ਦਰਿਆਵਾਂ ਨਦੀਆਂ ਦਾ ਸਮਾਂ ਜਿਹੜਾ ਨਾ, ਰਸਤਾ ਸਦਾ ਇੱਕ ਨਹੀਂ ਰਹਿੰਦਾ, ਸਮੇਂ ਸਮੇਂ 'ਤੇ ਰਸਤਾ ਬਦਲਦੇ ਰਹਿੰਦੇ। ਜਦੋਂ ਮਹਾਨ ਸਿਕੰਦਰ ਆਇਆ ਸੀ ਨਾ ਹਿੰਦੁਸਤਾਨ ਦੇ ਵਿੱਚ, ਉਸ ਵੇਲੇ ਕੁਝ ਗ੍ਰੰਥਾਂ ਵਿੱਚ ਇਹ ਬਚਨ ਲਿਖਿਆ ਹੋਇਆ ਮਿਲਦਾ ਹੈ ਕਿ ਜਿਹੜਾ ਸਤਲੁਜ ਦਰਿਆ ਹੈ ਨਾ, ਅਤੇ ਇਹ ਉਦੋਂ ਹਰੀਕੇ ਪੱਤਣ ਦੇ ਪਾਸ ਇੱਕ ਬਿਆਸ ਦਰਿਆ, ਦੋਨਾਂ ਦਾ ਮੇਲ ਹੁੰਦਾ ਹਰੀਕੇ ਪੱਤਣ 'ਤੇ ਆ ਕੇ, ਸਤਲੁਜ ਤੇ ਬਿਆਸ ਦਾ। ਪਰ ਜਦੋਂ ਸਿਕੰਦਰ ਬਾਦਸ਼ਾਹ ਹਿੰਦੁਸਤਾਨ 'ਤੇ ਆਇਆ ਸੀ, ਉਦੋਂ ਇਹ ਦੋਨੇ ਦਰਿਆ ਆਪਸ ਵਿੱਚ ਮਿਲਦੇ ਨਹੀਂ ਸਨ, ਵੱਖਰੇ ਵੱਖਰੇ ਰਸਤਿਆਂ ਦੇ ਉੱਪਰ ਚੱਲਦੇ ਸਨ। ਅਤੇ ਫਿਰ ਇਹ ਜਿਹੜੇ ਦਰਿਆ ਹਨ, ਜਾ ਕੇ ਵੱਖ-ਵੱਖ ਰਸਤਿਆਂ 'ਚੋਂ ਲੰਘ ਕੇ ਤੇ ਜਾ ਕੇ ਸਮੁੰਦਰ ਵਿੱਚ ਪੈ ਜਾਂਦੇ ਸਨ। ਸੋ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਨੇ ਅੱਜ ਵੀ ਸਮੁੰਦਰ ਵਿੱਚ ਜਾਣ ਦੀਆਂ ਪ੍ਰਾਪਤ ਹੁੰਦੀਆਂ। ਸਮਾਂ ਆਇਆ, ਦਰਿਆ ਹੌਲੀ ਹੌਲੀ ਇੱਕ ਦੂਜੇ ਦੇ ਨੇੜੇ ਚੱਲ ਕੇ ਆਏ, ਤੇ ਫਿਰ ਹਰੀਕੇ ਪੱਤਣ 'ਤੇ ਆ ਕੇ ਦੋਨੇ ਇਕੱਠੇ ਹੋ ਗਏ। ਫਿਰ ਉੱਥੋਂ ਸਰਕਾਰ ਨੇ ਨਹਿਰਾਂ ਕੱਢ ਕੇ ਰਾਜਸਥਾਨ ਨੂੰ ਅੱਗੇ ਪਾਣੀ ਦਿੱਤਾ। ਪਰ ਇਹ ਤੇ ਸਾਡੇ ਅੱਖੀਂ ਵੇਖਣ ਦੀਆਂ ਗੱਲਾਂ, ਕੁਝ 100 ਸਾਲ ਪਿੱਛੇ ਦੀਆਂ ਗੱਲਾਂ ਆਪਾਂ ਕਹਿ ਸਕਦੇ ਹਾਂ। ਪਰ ਜਦੋਂ ਸਿਕੰਦਰ ਨੇ ਹਿੰਦੁਸਤਾਨ 'ਤੇ ਆਉਣਾ ਕੀਤਾ, ਉਦੋਂ ਦਰਿਆ ਆਪਸ ਵਿੱਚ ਮਿਲਦੇ ਨਹੀਂ, ਵੱਖਰੇ ਵੱਖਰੇ ਵਹਿਣ ਚੱਲਦੇ ਤੇ ਸਮੁੰਦਰ ਵਿੱਚ ਜਾ ਕੇ ਪੈਂਦੇ। ਸੋ ਭਾਵ ਇਹ ਹੈ ਵੀ ਇਹ ਜਿਹੜੀਆਂ ਨਦੀਆਂ ਹਨ, ਦਰਿਆ ਹਨ, ਸਮੇਂ ਸਮੇਂ 'ਤੇ ਆਪਣਾ ਰਸਤਾ ਬਦਲਦੇ ਰਹਿੰਦੇ, ਤੇ ਜਦੋਂ ਕਿਤੇ ਉਪਦਰਵ ਹੁੰਦਾ ਉਦੋਂ ਫਿਰ ਇਹੋ ਜਿਹੇ ਸਮੇਂ ਆ ਕੇ ਬਣ ਜਾਂਦੇ। ਸੋ ਇਸੇ ਤਰ੍ਹਾਂ ਸ੍ਰਸ਼ਟੀ ਬਾਬਤ ਵੀ ਸੰਭਾਵਨਾ ਹੈ ਵੀ ਦੂਰ ਤੱਕ ਮਾਲਵੇ ਦੇ ਵਿੱਚ ਇਹ ਵਹਿੰਦੀ ਸੀ, ਤੇ ਹੌਲੀ ਹੌਲੀ ਫਿਰ ਘੱਗਰ ਦਰਿਆ ਦੇ ਨਾਲ ਮਿਲ ਕੇ ਤੇ ਬੀਕਾਨੇਰ ਦੇ ਰੇਤਿਆਂ ਵਿੱਚ ਜਾ ਕੇ ਲੋਪ ਹੋ ਜਾਂਦੀ ਸੀ। ਪਹਿਲੇ ਸਮੇਂ ਦੀਆਂ ਗ੍ਰੰਥਾਂ ਵਿੱਚ ਐਸੀਆਂ ਗਵਾਹੀਆਂ ਲਿਖੀਆਂ ਹੋਈਆਂ ਵੀ ਇਹ ਦਰਿਆ ਇੱਥੋਂ ਲੰਘ ਕੇ ਤੇ ਫਿਰ ਅੱਗੇ ਜਾਂਦੇ ਸਨ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਵੀ ਉਹ ਜਿਹੜਾ ਰਾਜਾ ਸੀ ਨਾ, ਜਿਹਦਾ ਨਾਮ ਹੈ ਭੱਦਰ ਸੈਨ, ਉਹਨੇ ਭਾਈ ਅੰਨ ਦਾ ਅਪਮਾਨ ਕੀਤਾ। ਨਦੀਆਂ ਨੇ ਆਪਣਾ ਰਾਹ ਬਦਲਿਆ, ਤੇ ਸਾਰਾ ਇਲਾਕਾ ਜਿਹੜਾ ਨਾ ਉਸ ਵੇਲੇ ਇਹ ਉਜਾੜ ਬੀਆਬਾਨ ਜੰਗਲ ਹੀ ਬਣ ਗਿਆ, ਤੇ ਨਹੀਂ ਇੱਥੇ ਫਿਰ ਅੰਨ ਅਨਾਜ ਕੋਈ ਫਸਲ ਪੈਦਾ ਹੋਈ। ਮਹਾਰਾਜ ਬਖਸ਼ਿਸ਼ ਕਰਦੇ ਹਨ। ਤੁਮ ਰਈਅਤ ਹੋਏ ਬਸੋਗੇ ਹਮਨੇ ਸਭ ਜਾਨਾ, ਹਮਰੇ ਸੀਤ ਪ੍ਰਸਾਦ ਨੇ ਰੋਕਿਓ ਇਹ ਥਾਨਾ। ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਸਾਡਾ ਜਿਹੜਾ ਪ੍ਰਸ਼ਾਦ ਧਰਤੀ ਵਿੱਚ ਦੱਬਿਆ ਹੈ ਨਾ, ਉਹ ਜਿਹੜਾ ਰਾਜੇ ਦੇ ਵੱਲੋਂ ਸ਼ਰਾਪ ਮਿਲਿਆ ਸੀ ਨਾ, ਸਾਡੇ ਇਸ ਪ੍ਰਸ਼ਾਦ ਨੇ ਉਹ ਸ਼ਰਾਪ ਹੁਣ ਰੋਕ ਦਿੱਤਾ ਹੈ। ਹੁਣ ਇਹ ਸ਼ਰਾਪ ਗਾਹ ਨਹੀਂ ਲੱਗੇਗਾ। ਭਾਵੇਂ ਕਿ ਤੁਸੀਂ ਛਕਿਆ ਨਹੀਂ ਹੈ, ਇਹ ਮਾੜਾ ਕੰਮ ਕੀਤਾ, ਪਰ ਫਿਰ ਵੀ ਸਾਡੇ ਪ੍ਰਸ਼ਾਦ ਨੇ ਧਰਤੀ ਨੂੰ ਆਬਾਦ ਕਰ ਦਿੱਤਾ ਹੈ। ਜਿਹੜੀ ਇਹ ਧਰਤੀ ਉਜੜੀ ਹੋਈ ਸੀ ਪਹਿਲੇ ਸਮਾਂ ਵਿੱਚ, ਕੋਈ ਫਸਲ ਨਹੀਂ ਦਿੰਦੀ ਹੈ, ਇੱਕ ਸਮਾਂ ਆਵੇਗਾ ਇਹ ਸਾਡਾ ਪ੍ਰਸ਼ਾਦ ਹੀ ਇੱਥੇ ਫਿਰ ਰੰਗ ਲੈ ਕੇ ਆਵੇਗਾ। ਤੁਮ ਰਈਅਤ ਹੋਏ ਬਸੋਗੇ ਹਮਨੇ ਸਭ ਜਾਨਾ। ਸਤਿਗੁਰੂ ਕਹਿੰਦੇ ਅਸੀਂ ਜਾਣਦੇ ਹਾਂ ਤੁਸੀਂ ਵੀ ਇਸ ਇਲਾਕੇ ਦੇ ਵੱਡੇ ਰਹੀਸ ਬਣ ਜਾਓਗੇ, ਜਗੀਰਦਾਰ ਬਣੋਗੇ,
ਅਤੇ ਵੱਡੇ ਪਰਿਵਾਰ ਦੇ ਸਮੇਤ ਇੱਥੇ ਰਹਿਣਾ ਕਰੋਗੇ। अवनी जंगल देश की बहु अन्न उपावे। ਭਾਵੇਂ ਕਿ ਇਹ ਧਰਤੀ ਜੰਗਲ ਦੇਸ਼ ਦੀ ਹੈ, ਮਾਲਵੇ ਦੀ ਹੈ, ਅੱਜ ਇੱਥੇ ਰੁੱਖ ਬੂਟੇ ਹੀ ਨੇ, ਕਿੱਕਰ ਬੀਆਬਾਨ ਜੰਗਲ ਹੀ ਨੇ, ਪਰ ਇੱਕ ਸਮਾਂ ਆਵੇਗਾ ਮਹਾਰਾਜ ਕਹਿੰਦੇ ਵੀ ਇੱਥੇ ਲਹਿਰਾਂ ਬਹਿਰਾਂ ਹੀ ਹੋ ਜਾਣਗੀਆਂ, ਇਹ ਜੰਗਲ ਖਤਮ ਹੋਵੇਗਾ, ਇਹ ਧਰਤੀ ਬਹੁਤ ਜ਼ਿਆਦਾ ਅੰਨ ਅਨਾਜ ਪੈਦਾ ਕਰੇਗੀ। ਇਹ ਮਹਾਰਾਜ ਨੇ ਬਚਨ ਆਖੇ ਹਨ। अब ते दुगने चौगुने 8 गुने जमावे। ਇੱਕ ਸਮਾਂ ਆਵੇਗਾ ਇੱਥੇ ਦੁੱਗਣੀ ਫਸਲ ਹੋਇਆ ਕਰੇਗੀ, ਦੁੱਗਣਾ ਅਨਾਜ, ਫਿਰ ਸਮਾਂ ਆਵੇਗਾ 4 ਗੁਣਾ ਅਨਾਜ, ਫਿਰ ਸਮਾਂ ਆਵੇਗਾ 8 ਗੁਣਾ ਅਨਾਜ ਇਸ ਧਰਤੀ ਵਿੱਚੋਂ ਲੋਕ ਪ੍ਰਾਪਤ ਕਰਿਆ ਕਰਨਗੇ। ਐਸੀ ਸਾਡੇ ਇਸ ਪ੍ਰਸਾਦ ਦੀ ਇੱਥੇ ਕਿਰਪਾ ਹੋਣੀ होए ਹੈ। हमारा मालवा जित के तो बिदतावे। ਮਹਾਰਾਜ ਕਹਿਣ ਲੱਗੇ ਇਹ ਗੁਰੂ ਕਾ ਮਾਲਵਾ ਵਜਿਆ ਕਰੇਗਾ। ਅੱਜ ਲੋਕੀ ਮਾਲਵੇ ਨੂੰ ਕੇਵਲ ਜੰਗਲ ਦੇ ਨਾਮ ਦੇ ਨਾਲ ਜਾਣਦੇ ਨੇ। ਇੱਕ ਸਮਾਂ ਆਵੇਗਾ ਜਦੋਂ ਇਹ ਇਲਾਕਾ ਖੁਸ਼ਹਾਲ ਹੋ ਜਾਵੇਗਾ, ਫਿਰ ਲੋਕ ਕਿਹਾ ਕਰਨਗੇ ਗੁਰੂ ਕਾ ਮਾਲਵਾ ਹੈ, ਸਾਡੇ ਨਾਮ ਦੇ ਨਾਲ ਸਾਡਾ ਮਾਲਵਾ, ਗੁਰੂ ਦਾ ਮਾਲਵਾ ਕਹਿ ਕੇ ਜਿੱਥੇ ਕਿੱਥੇ ਵੀ ਇਸ ਇਲਾਕੇ ਨੇ ਪ੍ਰਗਟ ਹੋਣਾ ਹੈ। उपजय सिंह सहंसर ही मलवई कहावे। ਮਹਾਰਾਜ ਕਹਿੰਦੇ ਇੱਥੇ ਹਜ਼ਾਰਾਂ ਸਿੱਖ ਸਾਡੇ ਪੈਦਾ ਹੋਣਗੇ ਤੇ ਸਾਡੇ ਉਹਨਾਂ ਸਿੱਖਾਂ ਨੂੰ ਮਲਵਈ ਸਿੱਖ ਆਖਿਆ ਜਾਵੇਗਾ। ਮਾਲਵੇ ਦੇ ਰਹਿਣ ਵਾਲੇ ਮਲਵਈ। ਮਹਾਰਾਜ ਕਹਿਣ ਲੱਗੇ ਵੀ ਹਜ਼ਾਰਾਂ ਹੀ ਸਾਡੇ ਸਿੱਖ ਇਸ ਮਾਲਵੇ ਦੇ ਵਿੱਚ, ਜਿਵੇਂ ਗੁਰਮੁਖੋ ਫਿਰੋਜ਼ਪੁਰ ਦਾ ਇਲਾਕਾ ਹੈ, ਮੁਕਤਸਰ ਦਾ ਹੈ, ਬਠਿੰਡੇ ਦਾ ਹੈ, ਇਹ ਜਿੰਨੇ ਵੀ ਇਲਾਕੇ ਨੇ ਇਹਨਾਂ ਸਾਰਿਆਂ ਨੂੰ ਮਾਲਵੇ ਦਾ ਇਲਾਕਾ ਕਿਹਾ ਜਾਂਦਾ ਹੈ। ਸੋ ਇਸ ਇਲਾਕੇ ਵਿੱਚ ਸਾਡੇ ਬਹੁਤੇ ਸਿੱਖ ਪੈਦਾ ਹੋਣਗੇ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਮਲਵਈ ਦੇ ਨਾਮ ਦੇ ਨਾਲ ਮਲਵਈ ਸਿੱਖ ਕਰਕੇ ਜਾਣਿਆ ਜਾਣਾ ਹੈ। सुनिए सिख शमीर भो चाहत हम दीनो। ਗੁਰਮੁਖੋ ਇਹ ਮਹਾਰਾਜ ਨੇ ਬਚਨ ਕੀਤੇ। ਸਮਾਂ ਬਤੀਤ ਹੋਇਆ, ਭਾਈ ਸੰਤੋਖ ਸਿੰਘ ਜੀਆਂ ਨੇ ਇਹ ਜਿਹੜਾ ਗ੍ਰੰਥ ਆਪਾਂ ਪੜ੍ਹਦੇ ਪਏ ਆ ਨਾ, ਇਹ 1900 ਸਨ ਦੇ ਲਗਭਗ ਲਿਖਿਆ ਹੈ। 100 ਸਾਲ ਤੋਂ ਵੱਧ ਦਾ ਥੋੜਾ ਸਮਾਂ ਹੋ ਚੁੱਕਿਆ ਹੈ। ਪਰ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਰੋਪੜ ਵਾਲੀ ਨਹਿਰ ਨਿਕਲੀ ਹੈ ਨਾ, ਵੱਡੀਆਂ ਨਹਿਰਾਂ ਨਿਕਲੀਆਂ ਪਾਣੀ ਵਾਲੀਆਂ, ਇਹਨਾਂ ਨੇ ਫਿਰ ਪਾਣੀ ਜਾ ਕੇ ਮਾਲਵੇ ਦੇ ਵਿੱਚ ਪਹੁੰਚਾਇਆ, ਨਹਿਰਾਂ ਨਿਕਲੀਆਂ। ਉਸ ਪਾਣੀ ਦੇ ਨਾਲ ਫਿਰ ਇਹ ਜਿਹੜੇ ਇਲਾਕੇ ਸਨ ਮਾਲਵੇ ਦੇ, ਉਹ ਉਸ ਵੇਲੇ ਖੁਸ਼ਹਾਲ ਹੋਏ। ਮਹਾਰਾਜ ਦੇ ਬਚਨ ਫਿਰ ਇਸ ਤਰ੍ਹਾਂ ਜਿਹੜੇ ਸਨ ਮਹਾਰਾਜ ਨੇ ਕੀਤੇ, ਉਹ ਸਮਾਂ ਪਾ ਕੇ ਪੂਰੇ ਹੋਏ। ਉਸ ਇਲਾਕੇ ਨੂੰ ਨਹਿਰਾਂ ਦਾ ਪਾਣੀ ਮਿਲਿਆ, ਭਾਵੇਂ ਕਿਸੇ ਵੀ ਬਹਾਨੇ ਦੇ ਨਾਲ ਮਿਲਿਆ। ਪਾਣੀ ਮਿਲਣ ਦੇ ਨਾਲ ਫਸਲ ਜਿਹੜੀ ਹੈ ਉਹ ਪੈਦਾ ਹੋਈ ਤੇ ਅੱਜ ਆਪਾਂ ਵੇਖਦੇ ਹਾਂ ਪੂਰੇ ਦਾ ਪੂਰਾ ਮਾਲਵਾ ਹਰਿਆ ਭਰਿਆ। ਝੋਨੇ ਦੀ ਫਸਲ, ਕਣਕ ਦੀ ਫਸਲ, ਨਰਮੇ ਦੀ ਫਸਲ, ਇਹ ਸਾਰੀਆਂ ਫਸਲਾਂ ਜਿਹੜੀਆਂ ਨੇ ਅੱਜ ਉੱਥੋਂ ਪ੍ਰਾਪਤ ਹੁੰਦੀਆਂ। ਕਪਾਹ ਤੱਕ ਦੀਆਂ ਫਸਲਾਂ ਵੀ ਮਿਲਦੀਆਂ ਨੇ। ਦੁਨੀਆ ਦੀ ਸਭ ਤੋਂ ਵੱਡੀ ਮੰਡੀ ਫਾਜ਼ਿਲਕਾ ਨੂੰ ਕਪਾਹ ਦੀ ਮੰਨਿਆ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਇਹ ਭਾਗ ਮਹਾਰਾਜ ਜੀਆਂ ਦੇ ਕਿਰਪਾ ਦੇ ਨਾਲ ਲੱਗੇ, ਬਚਨ ਹੋਏ ਪਾਤਸ਼ਾਹ ਜੀਆਂ ਦੇ। ਇਹ ਨਦੀਆਂ ਨਿਕਲੀਆਂ, ਨਦੀਆਂ ਦਾ ਪਾਣੀ ਮਿਲਿਆ ਤੇ ਐਸੀ ਕਿਰਪਾ ਹੋਈ ਹੈ। प्रथम राज ते शूष रहे अब शेम न लीनो। ਉਸ ਵੇਲੇ ਮਹਾਰਾਜ ਕਹਿਣ ਲੱਗੇ ਸੁਣੀਐ ਸਿੱਖ ਸਮੀਰ ਭੋ। ਮਹਾਰਾਜ ਕਹਿੰਦੇ ਭਾਈ ਸ਼ਮੀਰ ਸਾਡਾ ਬਚਨ ਸੁਣ। ਕੀ ਮਹਾਰਾਜ ਬਚਨ ਕਰਦੇ ਆ? चाहत हम दीनो। ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਸੀ ਤੁਹਾਨੂੰ ਦੇਣਾ, ਪਰ ਤੂੰ ਲੈ ਨਹੀਂ ਸਕਿਆ। ਪਹਿਲਾਂ ਤੁਹਾਨੂੰ ਕੀ ਦੇਣਾ ਚਾਹੁੰਦੇ ਸੀ? ਜਗੀਰ, ਵੀ ਤੁਸੀਂ ਇਲਾਕੇ ਦੇ ਸਰਦਾਰ ਹੋਵੋ, ਰਾਜੇ ਬਣੋ। ਪਰ ਤੇਰੇ ਮਾਮੇ ਨੇ ਇਹੋ ਜਿਹਾ ਕੰਮ ਵਿਗਾੜਿਆ ਵੀ ਤੂੰ ਪਿੰਡ ਦੇ ਗੀੜਾ ਕੱਢ ਕੇ ਆ ਗਿਆ, ਲੈ ਕੁਝ ਨਹੀਂ ਸਕਿਆ ਹੈ। ਪਹਿਲਾਂ ਵੀ ਤੂੰ ਸਾਡਾ ਬਚਨ ਨਹੀਂ ਕਮਾਇਆ ਤੇ ਖਾਲੀ ਰਹਿ ਗਿਆ ਹੈ। प्रथम राज ते शूष रहे अब शेम न लीनो। ਪਹਿਲਾਂ ਰਾਜ ਭਾਗ ਤੋਂ ਖਾਲੀ ਰਹਿ ਗਿਆ, ਹੁਣ ਅਸੀਂ ਤੈਨੂੰ ਮੁਕਤੀ ਦੇਣੀ ਚਾਹੁੰਦੇ ਸੀ ਆਪਣਾ ਪ੍ਰਸ਼ਾਦ ਦੇ ਕੇ, ਪਰ ਜਦੋਂ ਕਿਸਮਤ ਹੀ ਮਾੜੀ ਹੋਵੇ, ਮਤ ਥੋੜੀ ਸੇਵ कमाइए। ਕਮਾਈ ਹੈ, ਥੋੜੀ ਮਾਤੋਂ ਮਤ ਥੋੜੀ ਸੇਵ ਗਵਾਈ ਹੈ। ਥੋੜੀ ਮਤ ਹੋਵੇ ਤੇ ਕੀਤੀ ਹੋਈ ਸੇਵਾ ਵੀ ਨਿਸਫਲ ਚਲੇ ਜਾਂਦੀ ਹੈ। ਹੁਣ ਸਾਡਾ ਪ੍ਰਸ਼ਾਦ ਛਕ ਕੇ ਤੈਨੂੰ ਮੁਕਤੀ ਮਿਲਣੀ ਸੀ, ਪਰ ਮਾਮੇ ਦੇ ਆਖੇ ਇਲਾਕੇ ਤੂੰ ਧਰਤੀ ਵਿੱਚ ਦੱਬਿਆ, ਉਹ ਵੀ ਤੂੰ ਮੌਕਾ ਆਪਣੇ ਕੋਲੋਂ ਗਵਾ ਲਿਆ ਹੈ। जो लैवे न देत हैं सो रोग भुगै है। ਮਹਾਰਾਜ ਕਹਿਣ ਲੱਗੇ ਜਿਹੜਾ ਮਾਮਾ ਤੁਹਾਨੂੰ ਲੈਣ ਨਹੀਂ ਨਾ ਦਿੰਦਾ, ਇਹ ਸਾਡੀਆਂ ਬਖਸ਼ਿਸ਼ਾਂ ਰੋਕ ਦਿੰਦਾ। ਕਦੇ ਆਖਦਾ ਵੀ ਨਹੀਂ ਲੋਕ ਹਾਸੀ ਕਰਨਗੇ, ਘੋੜੇ ਤੇ ਨਾ ਚੜੋ, ਪਿੰਡ ਵਿੱਚੋਂ ਹੀ ਮੁੜ ਆਓ। ਕਦੇ ਆਖਦਾ ਪ੍ਰਸ਼ਾਦ ਨਾ ਖਾਇਓ, ਪੀਰ ਨਾਰਾਜ਼ ਹੋਵੇਗਾ। ਜਿਹੜਾ ਤੁਹਾਡਾ ਮਾਮਾ ਐਸੀਆਂ ਗੱਲਾਂ ਕਰਦਾ। ਪਾਤਸ਼ਾਹ ਕਹਿਣ ਲੱਗੇ ਸਮਾਂ ਆਵੇਗਾ ਇਸ ਨੂੰ ਉਸ ਵੇਲੇ ਕੋੜ ਦਾ ਰੋਗ ਹੀ ਭੋਗਣਾ ਪਵੇ। वाहिगुरु। ਇਹ ਗੁਰੂ ਦੇ ਬਖਸ਼ਿਸ਼ ਨੂੰ, ਬਚਨ ਨੂੰ ਰੋਕਦਾ ਪਿਆ। ਸਤਿਗੁਰੂ ਦੇਣਾ ਚਾਹੁੰਦੇ, ਇਹ ਅੱਗੋਂ ਕੋਈ ਨਾ ਕੋਈ ਲੱਤ ਪੈਰ ਅੜਾ ਦਿੰਦਾ ਹੈ। ਸਮਾਂ ਆਵੇਗਾ ਇਸ ਨੂੰ ਕੀਤੀ ਦਾ ਫਲ ਮਿਲਣਾ ਹੈ। ਪਾਤਸ਼ਾਹ ਕਹਿਣ ਲੱਗੇ ਕੋੜ ਦਾ ਰੋਗ ਇਹ ਭੋਗੇਗਾ। ਜਾਓ ਜਾ ਕੇ ਉਸ ਨੂੰ ਕਹਿ ਦਿਓ ਜਿਹੜੇ ਪੀਰ ਨੂੰ ਧਿਆਉਣਾ ਧਿਆ ਲਵੇ। ਇਹ ਸਾਡਾ ਬਚਨ ਇਸ ਤਰ੍ਹਾਂ ਇਸ ਦੇ ਉੱਪਰ ਚੱਲਣਾ ਹੈ। आप कुष्ट को कष्ट लह पुन बंस लगे हैं। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪ ਤੇ ਕੋੜ ਦਾ ਰੋਗ ਲੱਗੇਗਾ ਹੀ, ਪਰ ਸਮਾਂ ਆਵੇਗਾ ਇਹਨਾਂ ਦੀ ਕੁੱਲ ਵਿੱਚ ਹੀ ਕੋੜ ਦਾ ਰੋਗ ਰਹੇਗਾ।
ਕੋਈ ਨਾ ਕੋਈ ਜ਼ਖਮ ਸਰੀਰ ਤੇ ਹੋਇਆ ਹੀ ਰਹਿਣਾ, ਬਿਮਾਰ ਹੋਇਆ ਹੀ ਰਹਿਣਾ, ਇੱਕ ਇਲਾਜ ਚੱਲਦਾ ਹੀ ਰਹਿਣਾ ਕਿਸੇ ਨਾ ਕਿਸੇ ਦਾ। ਕਹਿਣ ਲੱਗੇ ਗੁਰੂ ਦੇ ਬਖਸ਼ਿਸ਼ਾਂ ਨੂੰ, ਬਚਨਾਂ ਨੂੰ ਇਸਨੇ ਮੋੜਿਆ ਹੈ, ਉਹਦਾ ਫਲ ਮਿਲੇਗਾ। ਇਹ ਮਾਮਾ ਆਪ ਤੇ ਕੋੜੀ ਹੋ ਕੇ ਮਰੇਗਾ, ਪਰ ਇਹ ਕੋੜ ਦਾ ਰੋਗ ਇਹਨਾਂ ਦੇ ਖਾਨਦਾਨ ਵਿੱਚ ਹੀ ਰਹਿਣਾ ਹੈ, ਖਤਮ ਨਹੀਂ ਹੋਣਾ ਹੈ। ਐਸੇ ਕਸ਼ਟ ਇਹਨਾਂ ਨੇ ਆਪਣੇ ਜੀਵਨ ਵਿੱਚ ਸਹਾਰਨੇ ਹਨ। ਕਹਿ ਕਬ ਹਮਨੇ ਸੋ ਸੁਨਿਓ ਅਬ ਲਓ ਬਟ ਰੋਗੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਖੁਦ ਇਹ ਬਚਨ ਸੁਣੇ ਨੇ ਲੋਕਾਂ ਦੇ ਕੋਲੋਂ, ਵੀ ਜਦੋਂ ਮੈਂ ਇਤਿਹਾਸ ਲਿਖਿਆ ਨਾ ਇਹ ਜਿਹੜਾ, ਉਦੋਂ ਲੋਕਾਂ ਕੋਲੋਂ ਸੁਣਿਆ ਸੀ ਵੀ ਅਜੇ ਵੀ ਇਹ ਕੋੜ ਦਾ ਰੋਗ ਉਹਨਾਂ ਦੇ ਖਾਨਦਾਨ ਵਿੱਚ ਹੈ। ਕਹਿਣ ਤੋਂ ਭਾਵ ਇਹ ਆ ਵੀ ਇਹ ਬਚਨ ਕੋਈ ਅਤ ਕਥਨੀ ਨਹੀਂ ਵੀ ਕਹਿ ਦਿੱਤੇ ਤੇ ਚਲੋ ਨਿਕਲ ਗਏ। ਜੇ ਮਹਾਰਾਜ ਨੇ ਕਹੇ ਨੇ ਉਹ ਬਚਨ, ਕਹਿੰਦੇ ਅਸੀਂ ਖੁਦ ਅੱਖਾਂ ਨਾਲ ਵੇਖੇ ਨੇ ਪੂਰੇ ਹੁੰਦਿਆਂ। ਉਹਨਾਂ ਦੇ ਖਾਨਦਾਨ ਵਿੱਚ ਵਾਕਿਆ ਹੀ ਕੋੜ ਦਾ ਰੋਗ ਇਸੇ ਤਰ੍ਹਾਂ ਫੈਲਿਆ ਤੇ ਬੜਾ ਪਰਿਵਾਰ ਉਹਨਾਂ ਦਾ ਅੱਗੇ ਤੋਂ ਅੱਗੇ ਦੁਖੀ ਹੈ। ਚਲਿਓ ਆਏ ਤਿਸ ਬੰਸ ਮੈਂ ਭੋਗਾਂ ਦੁੱਖ ਉਹਨਾਂ ਦਾ ਭੋਗੂ। ਬੰਸ ਚੱਲਦੀ ਹੈ, ਪੀੜ੍ਹੀ ਚੱਲਦੀ ਹੈ, ਪੀੜ੍ਹੀ ਖਤਮ ਨਹੀਂ ਹੋਈ ਹੈ ਮਾਮੇ ਦੀ, ਪਰ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਉਹ ਰੋਗ ਨਹੀਂ ਖਤਮ ਹੋਇਆ। ਜੇ ਇੱਕ ਮਰ ਜਾਂਦਾ ਕੋੜ ਦੇ ਰੋਗ ਦੇ ਨਾਲ, ਤੇ ਫਿਰ ਦੂਜਾ ਜਿਹੜਾ ਹੈ ਕੋੜ ਦੇ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਫਿਰ ਉਹ ਕੋੜ ਦੇ ਵਿੱਚ ਦੁੱਖ ਪਾ ਪਾ ਕੇ ਫਿਰ ਅਗਲਾ ਲੰਮੇ ਪੈ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਖਾਨਦਾਨ ਵਿੱਚ ਕਹਿੰਦੇ ਵੀ ਇਹ ਕੋੜ ਦਾ ਰੋਗ ਖਤਮ ਨਹੀਂ ਹੋਇਆ। ਇਹ ਅਸੀਂ ਖੁਦ ਆਪਣੀਆਂ ਜਿਨ੍ਹਾਂ ਲੋਕਾਂ ਨੇ ਵੇਖਿਆ ਉਹਨਾਂ ਕੋਲੋਂ ਬਚਨ ਅਸੀਂ ਸੁਣੇ ਨੇ ਵੀ ਇਸੇ ਤਰ੍ਹਾਂ ਬਚਨ ਮਹਾਰਾਜ ਦੇ ਪੂਰੇ ਹੋਏ ਹਨ। ਸਤਿਗੁਰ ਅਧਿਕ ਪ੍ਰਸੰਨ ਹੋਵੇ ਪਿਕ ਸੇਵ ਵਿਸਲ। ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੁੰਦੇ ਜਦੋਂ ਕੋਈ ਬਹੁਤੀ ਸੇਵਾ ਕਰਦਾ ਹੈ ਨਾ, ਫਿਰ ਸਤਿਗੁਰੂ ਉਸ ਦੀ ਸੇਵਾ ਵੇਖ ਕੇ ਬਹੁਤ ਜ਼ਿਆਦਾ ਖੁਸ਼ ਪ੍ਰਸੰਨ ਹੁੰਦੇ ਹਨ। ਇਹਨਾਂ ਲੇਤ ਹਮ ਦੇਤ ਹੈ ਇਮ ਚਿਤੈ ਹੁਣ ਕਿਰਪਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਕਿਰਪਾਲੂ ਨੇ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਨਾ, ਬੱਚਾ ਨਾ ਵੀ ਲੈਣਾ ਚਾਹੁੰਦੇ ਤੇ ਮਾਂ ਤਾਂ ਵੀ ਬਦੋ ਬਦੀ ਬੁਰਕੀ ਮੂੰਹ ਵਿੱਚ ਪਾਉਂਦੀ ਹੈ। ਸਤਿਗੁਰਾਂ ਦਾ ਪਿਆਰ ਐਸਾ ਹੈ। ਮਹਾਰਾਜ ਸਾਹਿਬ ਜੀ ਦੇਣਾ ਚਾਹੁੰਦੇ ਨੇ, ਪਰ ਭਾਈ ਸ਼ਮੀਰ ਨੂੰ ਲੈਣ ਨਹੀਂ ਦਿੰਦਾ ਮਾਮਾ। ਸਤਿਗੁਰੂ ਸੋਚਦੇ ਨੇ ਵੀ ਇਸ ਤਰ੍ਹਾਂ ਇਹ ਕਿਵੇਂ ਕੀਤਾ ਜਾਵੇ ਵੀ ਇਹਨਾਂ ਨੂੰ ਦਾਤ ਦਈਏ ਜ਼ਰੂਰ, ਭਾਵੇਂ ਜਿਵੇਂ ਮਰਜ਼ੀ ਦਈਏ। ਸਤਿਗੁਰੂ ਰੋਜ਼ ਹੀ ਕੋਈ ਨਾ ਕੋਈ ਬਹਾਨਾ ਲੱਭ ਕੇ ਇਹਨਾਂ ਨੂੰ ਦਾਤ ਦੇ ਨਾਲ ਨਿਵਾਜਣਾ ਚਾਹੁੰਦੇ ਹਨ। ਇੱਕ ਦਿਨ ਬਹੁਰ ਸ਼ਮੀਰ ਕੋ ਕਰੁਣਾ ਕਰ ਬੋਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਾਂ ਲੰਘਿਆ, 5 10 15 ਦਿਨ ਹੋਰ ਸੇਵਾ ਕੀਤੀ। ਭਾਈ ਸ਼ਮੀਰ ਦਾ ਪ੍ਰੇਮ ਵੇਖ ਕੇ ਨਾ ਅੱਜ ਮਹਾਰਾਜ ਸਾਹਿਬ ਜੀ ਫਿਰ ਬੜੀ ਕਿਰਪਾ ਕਰਨ ਲੱਗੇ। ਕਹਿਣ ਲੱਗੇ ਭਾਈ ਸ਼ਮੀਰ ਲੈ ਤੇਰੇ ਨਾਲ ਅਖੀਰਲਾ ਬਚਨ ਫਿਰ ਅੱਜ ਹੋਇਆ। ਪਹਿਲਾਂ ਤੈਨੂੰ ਘੋੜੇ ਤੇ ਚੜ੍ਹਨ ਵਾਸਤੇ ਆਖਿਆ ਸੀ ਵੀ ਚੜ੍ਹ ਘੋੜੇ ਤੇ ਜਗੀਰ ਲੈ ਲਾ, ਤੂੰ ਨਹੀਂ ਲਈ ਹੈ। ਦੂਜੀ ਵਾਰੀ ਆਖਿਆ ਪ੍ਰਸ਼ਾਦ ਛਕ ਲਾ ਤੇ ਬਖਸ਼ਿਸ਼ਾਂ ਹੋਣਗੀਆਂ, ਉਹ ਵੀ ਤੂੰ ਬਚਨ ਗਵਾ ਲਿਆ। ਹੁਣ ਤੀਜਾ ਬਚਨ ਤੇਰੇ ਨਾਲ ਕਰਨ ਲੱਗੇ ਆ, ਸਾਂਭਲਾ ਬਚਨ ਜੇ ਸਾਂਭਿਆ ਜਾਂਦਾ ਹੈ। ਬੜੀ ਕਿਰਪਾ ਕਰਕੇ ਮਹਾਰਾਜ ਕਹਿਣ ਲੱਗੇ ਹਨ। ਹੋਏ ਚਿਤ ਮਹਿ ਜੋ ਕਾਮਨਾ ਹਮ ਤੇ ਅਬ ਸੋਲੇ। ਪਾਤਸ਼ਾਹ ਕਹਿਣ ਲੱਗੇ ਚੱਲ ਤੇਰੇ ਤੇ ਗੱਲ ਛੱਡੀ, ਪਿਛਲੀਆਂ ਗੱਲਾਂ ਨੂੰ ਛੱਡ ਪਰੇ। ਤੇਰੇ ਤੇ ਗੱਲ ਇਹ ਹੈ ਜੋ ਤੇਰੇ ਮਨ ਵਿੱਚ ਹੈ ਮੰਗ ਲਾ, ਜੋ ਮੰਗੇਗਾ ਉਹ ਦੇ ਦਿਆਂਗੇ। ਇੱਕ ਵਾਰੀ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਬੜੇ ਦਿਆਲੂ ਨੇ, ਬੜੀ ਕਿਰਪਾ ਕਰਨ ਵਾਲੇ। ਸਤਿਗੁਰੂ ਐਸੀ ਕਿਰਪਾ ਕਰੋ ਦੀਨ ਕੇ ਦਾਤੇ, ਐਸੇ ਨੇ ਸਤਿਗੁਰੂ ਜੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੰਗ, ਆਪਣੇ ਮੂੰਹੋਂ ਮੰਗ ਲਾ ਕੀ ਚਾਹੀਦਾ, ਜੋ ਮੰਗੇਗਾ ਨਾ ਉਹ ਤੈਨੂੰ ਦੇਵਾਂਗੇ, ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ। ਬਿਨ ਸ਼ੰਕਾ ਜਾਚਨ ਕਰੋ ਕਹੋ ਔਰ ਅਬਿਲਖਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਸ਼ੰਕਾ ਨਾ ਕਰੀ। ਜਿਵੇਂ ਪਹਿਲਾਂ ਸ਼ੰਕਾ ਕੀਤਾ ਨਾ ਵੀ ਘੋੜੇ ਤੇ ਚੜ੍ਹਨ ਲੱਗਿਆ ਤੂੰ ਇਹ ਸੋਚ ਲਿਆ ਵੀ ਲੋਕ ਹੱਸਣਗੇ ਮੇਰੇ ਉੱਪਰ, ਤੇ ਸ਼ੰਕਾ ਕਰਕੇ ਤੂੰ ਆਪਣੀ ਸਾਰੀ ਦਿੱਤੀ ਖੇਡ ਗਵਾ ਲਈ ਹੈ। ਦੂਜੀ ਵਾਰੀ ਭੋਜਨ ਦਿੱਤਾ, ਫਿਰ ਸ਼ੰਕਾ ਕੀਤਾ ਵੀ ਪੀਰ ਨਾਰਾਜ਼ ਹੋਵੇਗਾ। ਪਾਤਸ਼ਾਹ ਕਹਿਣ ਲੱਗੇ ਹੁਣ ਤੀਜੀ ਵਾਰੀ ਦੇਣ ਲੱਗੇ ਆ, ਪਰ ਇਹ ਬਚਨ ਪਹਿਲਾਂ ਯਾਦ ਰੱਖ ਲੈ ਵੀ ਸ਼ੰਕਾ ਨਾ ਕਰੀ। ਜੇ ਸ਼ੰਕਾ ਕਰੇਗਾ ਫਿਰ ਨਹੀਂ, ਸ਼ੰਕਾ ਨਹੀਂ ਕਰਨਾ। ਜੋ ਮੰਗਣਾ ਚਾਹਣਾ ਨਾ ਤੇਰੀ ਮਰਜ਼ੀ ਹੈ, ਜੋ ਮਰਜ਼ੀ ਮੰਗ, ਜੋ ਮੰਗੇਗਾ ਉਹ ਮਿਲੇਗਾ। ਸਤਿਗੁਰੂ ਪਾਤਸ਼ਾਹ ਨੇ ਐਸੀ ਖੁੱਲੀ ਛੁੱਟੀ ਦਿੱਤੀ ਹੈ ਵੀ ਜੋ ਮੰਗ ਲਵੇਂ ਉਹ ਤੈਨੂੰ ਦਿੰਦੇ ਹਾਂ। ਆਪਣੇ ਮਨ ਦੀ ਇੱਛਾ ਦੱਸ ਵੀ ਤੇਰੇ ਮਨ ਵਿੱਚ ਕੀ ਹੈ। ਮਹਾਰਾਜ ਇਸ ਤਰ੍ਹਾਂ ਆਖਦੇ ਹਨ। ਸੁਨ ਸ਼ਮੀਰ ਕਰ ਜੋਰ ਕਹਿ ਨਮਰੀ ਹੋਏ ਭਾਖਾ। ਉਸ ਵੇਲੇ ਭਾਈ ਸ਼ਮੀਰ ਨੇ ਹੱਥ ਜੋੜੇ, ਮਨ ਵਿੱਚ ਸੋਚਦਾ ਹੈ ਜਿਵੇਂ ਮਹਾਰਾਜ ਅੱਗੇ ਜਗੀਰ ਦੇਣ ਲੱਗੇ, ਮੈਂ ਬਚਨ ਟਾਲ ਬੈਠਾ। ਚਲੋ ਮੰਨ ਲਓ ਜੇ ਜਗੀਰ ਮਿਲ ਵੀ ਜਾਂਦੀ ਤੇ ਅਸਕਰ ਤੇ ਮੈਂ ਵੀ ਸਰੀਰ ਛੱਡ ਕੇ ਚਲੇ ਜਾਣਾ, ਜਗੀਰ ਫਿਰ ਇੱਥੇ ਰਹਿ ਜਾਣੀ ਸੀ। ਮਹਾਰਾਜ ਨੇ ਪ੍ਰਸ਼ਾਦ ਦਿੱਤਾ, ਮੈਂ ਸੋਚ ਲਿਆ ਵੀ ਸਾਰੇ ਪਰਿਵਾਰ ਦਾ ਹੀ ਭਲਾ ਕਰਾਂ। ਪ੍ਰਸ਼ਾਦ ਦੇ ਪਰਿਵਾਰ ਦੇ ਭਲੇ ਵਿੱਚ ਮੈਂ ਆਪਣਾ ਭਲਾ ਵੀ ਗਵਾ ਬੈਠਾ। ਹੁਣ ਕਿਉਂ ਨਾ ਹੋਵੇ ਮੈਂ ਆਪਣੇ ਵਾਸਤੇ ਹੀ ਮੰਗਾ, ਰਹਿਣ ਦਿਆਂ ਮਾਮੇ ਨੂੰ, ਬਾਕੀਆਂ ਨੂੰ ਜਿਵੇਂ ਕੋਈ ਕਰਦਾ ਕਰੀ ਜਾਵੇ, ਆਪਣਾ ਤੇ ਪਹਿਲਾਂ ਭਲਾ ਕਰੀਏ ਫਿਰ ਦੂਜਿਆਂ ਵੱਲ ਵੇਖਾਂਗੇ। ਭਾਈ ਸ਼ਮੀਰ ਨੇ ਬੜੀ ਚੰਗੇ ਤਰੀਕੇ ਨਾਲ ਸੋਚ ਕੇ ਨਾ ਮਨ ਦੇ ਵਿੱਚ, ਤੇ ਫਿਰ ਉਸ ਵੇਲੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ ਜੇ ਕਿਰਪਾ ਹੀ ਕਰਨ ਲੱਗੇ ਹੋ ਨਾ, ਮੇਰੇ ਉੱਪਰ ਬਖਸ਼ਿਸ਼ ਹੀ ਕਰਨੀ ਚਾਹੁੰਦੇ ਹੋ, ਤੇ ਫਿਰ ਮੇਰੀ ਤੇ ਇੱਕੋ ਹੀ ਤਮੰਨਾ ਹੈ, ਨਾ ਘੋੜਾ ਚਾਹੀਦਾ
ਨਾ ਜਗੀਰ ਚਾਹੀਦੀ ਹੈ, ਨਾ ਕੋਈ ਵਸਤੂ ਚਾਹੀਦੀ ਹੈ। ਜੇ ਕਿਰਪਾ ਕਰਨੀ ਤੇ ਫਿਰ ਮੇਰੇ ਤੇ ਇਹ ਕਿਰਪਾ ਕਰ ਦੇਣਾ ਕਰੋ। ਮਿਟਾ ਹੈ 84 ਕੋ ਭਰਮਣ ਅਭਾਵ ਜਲ ਦੁਖਦਾਈ। ਮਹਾਰਾਜ ਕਿਰਪਾ ਕਰਨੀ ਹੈ ਤੇ ਇਹ ਕਰੋ ਵੀ 84 ਲੱਖ ਜੂਨਾਂ ਵਿੱਚ ਆਉਣਾ ਜਾਣਾ ਹੀ ਮੇਰਾ ਖਤਮ ਕਰ ਦਿਓ। ਇਹ ਦਾਤ ਦਿਓ ਜੇ ਦੇਣੀ ਹੈ। ਜੇ ਦਾਤ ਦੇਣੀ ਹੈ, ਮੈਂ ਕਿਉਂ ਘੋੜਿਆਂ ਦੀ ਤੇ ਜਗੀਰਾਂ ਦੀ ਮੰਗ ਕਰਾਂ? ਉਹ ਕਿਹੜਾ ਜਗੀਰਾਂ ਮੇਰੇ ਕੋਲ ਰਹਿਣੀਆਂ। ਜੇ ਮਹਾਰਾਜ ਦੇਣ ਲੱਗੇ ਉਹ 84 ਲੱਖ ਜੂਨਾਂ ਵਿੱਚ ਨਾ ਜਾਣਾ ਪਵੇ, ਇਹ ਨਾ ਮਹਾਰਾਜ ਮੈਨੂੰ ਦੁੱਖ ਪਵੇ। ਕਿਰਪਾ ਕਰੋ ਮਹਾਰਾਜ, ਇਹ ਮੇਰੇ ਵਰ ਬਖਸ਼ਿਸ਼ ਕਰਕੇ ਮੇਰੀ 84 ਜਿਹੜੀ ਕੱਟ ਦੇਣਾ ਕਰੋ। ਸ਼੍ਰੀ ਸਤਿਗੁਰ ਇਸ ਤਰਾਸ ਤੇ ਮੋਹਿ ਲਿਓ ਬਚਾਈ। ਸਤਿਗੁਰੂ ਇਹ ਬੜਾ ਵੱਡਾ ਡਰ ਹੈ ਗੁਰਮੁਖੋ। ਹੁਣ ਤੇ ਆਪਾਂ ਨੂੰ ਇਹ ਗੱਲਾਂ ਕੋਈ ਵੱਡੀਆਂ ਨਹੀਂ ਲੱਗਦੀਆਂ, ਪਰ 84 ਲੱਖ ਜੂਨਾਂ ਨੂੰ ਭੋਗਣਾ ਬੜਾ ਵੱਡਾ ਡਰ ਹੈ। ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚ ਪੈਣਾ ਪਵੇਗਾ। ਹੁਣ ਤੇ ਗਰਮੀ ਲੱਗਦੀ ਹੈ, ਪੱਖਾ ਚਲਾ ਲਈਦਾ, ਹੋਰ ਲੱਗਦੀ ਹੈ ਤੇ ਏਸੀ ਚਲਾ ਲਈਦਾ। ਤੇ ਜੇ ਕਿਤੇ ਮੱਛਰ ਮੱਖੀ ਬਣ ਗਏ ਤੇ ਜਿਵੇਂ ਅੱਜ ਆਪਾਂ ਲਾ ਕੇ ਮਸ਼ੀਨਾਂ ਮੱਖੀਆਂ ਸਾੜਦੇ ਹਾਂ, ਸਾਨੂੰ ਵੀ ਕੋਈ ਨਾ ਕੋਈ ਸਾੜੇਗਾ। ਇਹ ਬੜਾ ਦੁੱਖ ਹੈ ਇਹਨਾਂ ਜੂਨਾਂ ਦੇ ਵਿੱਚ ਜਾ ਕੇ ਪੈਣਾ। ਤੇ ਹੁਣ ਸਾਨੂੰ ਭੁੱਖ ਪਿਆਸ ਲੱਗਦੀ ਹੈ, ਜੋ ਮਰਜ਼ੀ ਅਸੀਂ ਛਕ ਲੈਂਦੇ ਹਾਂ। ਬੇਜ਼ਬਾਨਾ ਜਾਨਵਰ ਬਣ ਗਿਆ, ਕੀ ਪਤਾ ਕਿੰਨੇ ਕਿੰਨੇ ਮੀਲ ਚੱਲਣਾ ਪਵੇ ਪਾਣੀ ਪੀਣ ਵਾਸਤੇ। ਜੰਗਲਾਂ ਦੇ ਵਿੱਚ, ਰੇਗਿਸਤਾਨ ਦੇ ਵਿੱਚ ਹੈਗੇ ਨਾ ਜਾਨਵਰ ਰੱਬ ਨੇ ਪੈਦਾ ਕੀਤੇ, ਉਹ ਵਿਚਾਰੇ ਪਾਣੀ ਦੀ ਘੁੱਟ ਵਾਸਤੇ ਤੁਰਦਿਆਂ 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 ਰਸਤੇ ਵਿੱਚ ਹੀ ਮਰ ਜਾਂਦੇ। ਬੜਾ ਦੁੱਖ ਹੈ 84 ਲੱਖ ਜੂਨਾਂ ਵਿੱਚ ਪੈਣ ਦਾ। ਇਹ ਬਚਨ ਕਰਦਾ ਪਿਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਵੀ ਮੈਨੂੰ ਬਚਾ ਲਓ। ਬੜਾ ਡਰ ਲੱਗਦਾ ਮੈਨੂੰ ਵੀ ਕਿਤੇ ਸੱਪ ਹੀ ਨਾ ਬਣਨਾ ਪਵੇ, ਕਿਤੇ ਕਿਰਲਾ ਹੀ ਨਾ ਬਣਨਾ ਪਵੇ, ਖੋਤਾ ਘੋੜਾ ਬਣ ਕੇ ਲੋਕਾਂ ਦੇ ਭਾਰ ਹੀ ਨਾ ਚੁੱਕਣੇ ਪੈਣ। ਮਹਾਰਾਜ ਕਿਰਪਾ ਕਰੋ, ਇਹ ਬੜਾ ਵੱਡਾ ਡਰ ਹੈ 84 ਲੱਖ ਜੂਨਾਂ ਦਾ। ਮੈਨੂੰ ਬਚਾ ਲਓ ਮਹਾਰਾਜ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾ। ਇਹ ਬੇਨਤੀ ਕਰਦਾ ਮਹਾਰਾਜ 84 ਲੱਖ ਜੂਨ ਤੋਂ ਬਚਾ ਕੇ ਮੁਕਤੀ ਦੇ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਸ਼੍ਰੀ ਸਤਿਗੁਰ ਇਸ ਤਰਾਸ ਤੇ ਮੋਹਿ ਲਿਓ ਬਚਾਈ। ਸਤਿਗੁਰੂ ਮੈਂ ਬੜਾ ਡਰਿਆ ਹੋਇਆ ਹਾਂ, ਜਮਾਂ ਦੀ ਮਾਰ ਬੜੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ। ਮੂੜ ਲੱਗੇ ਬੜੇ ਡੰਡੇ ਵੱਜਦੇ ਨੇ, ਪਰਲੋਕ ਵਿੱਚ ਬੜੀਆਂ ਸਜ਼ਾਵਾਂ ਮਿਲਦੀਆਂ। ਗੁਰਬਾਣੀ ਇਹ ਬਚਨ ਕਰਦੀ ਆ, ਨਕਾਏ ਰਾਤੜਿਆ ਵਾੜ ਦੁਹੇਲੀ, ਰਾਮ ਪਾਪ ਕਮਾਵੰਦਿਆ ਕੋਈ ਨਾ ਬੇਲੀ ਰਾਮ। ਇਹ ਜਦੋਂ ਬਚਨ ਪੜ੍ਹਦੇ ਆ ਬੜਾ ਡਰ ਆਉਂਦਾ। ਮਹਾਰਾਜ ਇਸ ਡਰ ਤੋਂ ਮੈਨੂੰ ਬਚਾ ਲੈਣਾ ਕਰੋ। ਸੁਨ ਤੂਸ਼ਨ ਸ੍ਰੀ ਪ੍ਰਭ ਭਏ ਬਿਰਮੇ ਅਨਖਿਆਲਾ। ਸਤਿਗੁਰੂ ਸੋਚਦੇ ਪਏ ਅਸੀਂ ਇਹਨੂੰ ਛੁੱਟੀ ਕਾਹਦੀ ਦੇਤੀ ਹੈ ਵੀ ਜੋ ਮਰਜ਼ੀ ਮੰਗ ਲੈ, ਤੇ ਬੜੀ ਵੱਡੀ ਗੱਲ ਮੰਗ ਕੇ ਬੈਠ ਗਿਆ। ਸੋਚਿਆ ਸੀ ਕੋਈ ਪਦਾਰਥ ਮੰਗੇਗਾ, ਕਹਿੰਦਾ ਵੀ 84 ਵਿੱਚੋਂ ਮੁਕਤ ਕਰ ਦਿਓ। ਮਹਾਰਾਜ ਬਚਨ ਸੁਣ ਕੇ ਕੁਝ ਨਹੀਂ ਆਖਿਆ। ਇਹ ਨਹੀਂ ਕਿਹਾ ਵੀ ਤੂੰ 84 ਚੋਂ ਮੁਕਤ ਹੋ ਜਾਏਗਾ, ਨਾ ਹੀ ਆਖਿਆ ਵੀ ਤੂੰ ਨਹੀਂ ਮੁਕਤ ਹੋਵੇਂਗਾ। ਕੋਈ ਬਚਨ ਕੀਤਾ ਹੀ ਨਹੀਂ। ਹੋਰ ਸਿੱਖ ਬੈਠੇ ਸਨ, ਮਹਾਰਾਜ ਨੇ ਇਹਦੇ ਵੱਲੋਂ ਧਿਆਨ ਹਟਾਇਆ ਤੇ ਉਹਨਾਂ ਸਿੱਖਾਂ ਵੱਲ ਧਿਆਨ ਕਰ ਲਿਆ। ਹਾਂ ਭਾਈ ਕਿੱਥੋਂ ਆਏ ਜੇ, ਕਿਵੇਂ ਆਏ ਜੇ? ਮਹਾਰਾਜ ਉਹਨਾਂ ਵੱਲ ਤੁਰ ਪਿਆ, ਗੱਲਾਂ ਕਰਨ ਲੱਗ ਪਿਆ। ਭਾਈ ਸ਼ਮੀਰ ਸੋਚਦਾ ਪਿਆ, ਹੁਣੇ ਤੇ ਮੈਨੂੰ ਕਹਿੰਦੇ ਸੀ ਮੰਗ ਕੀ ਚਾਹੀਦਾ। ਜੇ ਮੈਂ 84 ਚੋਂ ਮੁਕਤ ਹੋਣ ਦੀ ਗੱਲ ਕੀਤੀ ਹੈ, ਹੁਣ ਮੇਰੇ ਵੱਲੇ ਧਿਆਨ ਹੀ ਨਹੀਂ ਕੀਤਾ, ਧਿਆਨ ਹੀ ਦੂਜੇ ਬੰਨੇ ਕਰ ਲਿਆ। ਇਸ ਤਰ੍ਹਾਂ ਮਹਾਰਾਜ ਹੋਰ ਧਿਆਨ ਵਿੱਚ ਹੋ ਗਏ, ਹੋਰ ਪਾਸੇ ਗੱਲਾਂ ਕਰਨ ਲੱਗ ਪਏ ਹਨ। ਇੱਕ ਦੋ ਦਿਵਸ ਬਿਤਾਏ ਕੈ ਪੁੰਨ ਭਏ ਕਿਰਪਾਲਾ। ਸਤਿਗੁਰੂ ਪਾਤਸ਼ਾਹ ਨੇ 2 ਦਿਨ ਇਹ ਕੋਈ ਬਚਨ ਕੀਤਾ ਹੀ ਨਹੀਂ ਵੀ ਤੂੰ ਮੁਕਤ ਹੋਵੇਂਗਾ ਕਿ ਨਹੀਂ ਹੋਵੇਂਗਾ। ਭਾਈ ਸ਼ਮੀਰ ਸੋਚਦਾ ਹੈ, ਮਹਾਰਾਜ ਪਹਿਲਾਂ ਤੇ ਆਪ ਪੁੱਛਦੇ ਸੀ ਕੀ ਚਾਹੀਦਾ, ਹੁਣ ਮੰਗ ਲਿਆ ਤੇ ਹੁਣ ਉਹ ਗੱਲ ਹੀ ਨਹੀਂ ਕਰਦੇ ਪਏ। ਇੱਕ ਦਿਨ ਲੰਘ ਗਿਆ, ਭਾਈ ਸ਼ਮੀਰ ਵੀ ਸੋਚਦਾ ਚਲੋ ਕਦੇ ਤੇ ਪੁੱਛਣਗੇ, ਸੇਵਾ ਕਰਦੇ ਰਹੀਏ। 2 ਦਿਨ ਲੰਘ ਗਏ, ਸੇਵਾ ਉਸੇ ਤਰ੍ਹਾਂ ਹੀ ਨਿਰੰਤਰ ਜਾਰੀ ਹੈ, ਸੇਵਾ ਚੋਂ ਨਹੀਂ ਪਿੱਛੇ ਹਟਿਆ। ਸਾਡੇ ਵਰਗਾ ਹੋਵੇ ਨਾ ਤੇ ਉਸੇ ਵੇਲੇ ਅਸੀਂ ਮੂੰਹ ਬਣਾ ਕੇ ਬੈਠ ਜਾਈਦਾ ਵੀ ਮੈਨੂੰ ਅੱਜ ਕੁਝ ਮਿਲਿਆ ਹੀ ਨਹੀਂ ਹੈ, ਮੈਂ ਤੇ ਕਰਨਾ ਹੀ ਕੁਝ ਨਹੀਂ ਹੈ। ਸਾਡੇ ਮਨ ਦਾ ਵਿਚਾਰ ਇਹ ਹੈ ਵੀ ਸ਼ਾਇਦ ਮੈਂ ਨਹੀਂ ਕਰਨਾ ਤੇ ਹੋ ਹੀ ਨਹੀਂ ਸਕਣਾ ਹੈ, ਐਸਾ ਮਾਨ ਆ ਜਾਂਦਾ। ਭਾਈ ਸ਼ਮੀਰ ਸੇਵਾ ਵਿੱਚ ਲੱਗਾ ਰਿਹਾ। 1 ਦਿਨ ਲੰਘ ਗਿਆ, ਕੋਈ ਬਚਨ ਨਹੀਂ। 2 ਦਿਨ ਲੰਘ ਗਿਆ, ਕੋਈ ਬਚਨ ਨਹੀਂ। 2 ਦਿਨ ਐਸੇ ਤਰ੍ਹਾਂ ਫਿਰ ਬਤੀਤ ਹੋ ਗਏ ਹਨ। ਸੇਵ ਕਰੈ ਸਹਿ ਪ੍ਰੇਮ ਕੇ ਪੁਨ ਨਿਕਟ ਬੁਲਾਇਓ। ਸਤਿਗੁਰੂ ਪਾਤਸ਼ਾਹ ਵੇਖਦੇ ਪਏ ਵੀ ਇਹਨੇ ਉਸ ਤੋਂ ਬਾਅਦ ਵਿੱਚ ਪੁੱਛਿਆ ਹੀ ਨਹੀਂ ਆ ਕੇ ਵੀ ਮਹਾਰਾਜ 84 ਚੋਂ ਮੁਕਤ ਹੋਵਾਂਗਾ ਕਿ ਨਹੀਂ, ਸੇਵਾ ਕਰੀ ਜਾਂਦਾ। ਸਤਿਗੁਰਾਂ ਨੇ ਫਿਰ ਬੁਲਾਇਆ, ਕਹਿਣ ਲੱਗੇ ਜਾਓ ਭਾਈ ਸ਼ਮੀਰ ਨੂੰ ਬੁਲਾ ਕੇ ਲਿਆਓ। ਭਾਈ ਮਹਾਰਾਜ ਨੇ ਕੋਲ ਬੁਲਾਇਆ, ਭਾਈ ਸ਼ਮੀਰ ਆਇਆ, ਸਤਿਗੁਰਾਂ ਨੂੰ ਆ ਕੇ ਮੱਥਾ ਟੇਕਿਆ ਹੈ। ਹਮ ਪ੍ਰਸੰਨ ਹੈ ਤੋਏ ਪਰ ਜਾਚੋ ਮਨ ਭਾਇਓ। ਮਹਾਰਾਜ ਕਹਿਣ ਲੱਗੇ ਭਾਈ ਸ਼ਮੀਰ ਮੰਗ ਕੀ ਚਾਹੀਦਾ, ਤੇਰੇ ਤੇ ਬੜੇ ਖੁਸ਼ ਹੋਏ ਆ। ਹੁਣ ਮੰਗਣਾ ਕੀ, ਉਹ ਤੇ ਪਹਿਲਾਂ ਹੀ ਮੰਗ ਕੇ ਬੈਠਾ, ਉਹਨੂੰ ਤੇ ਪਹਿਲੀ ਮੰਗਣੀ ਹੈ, ਜੇ ਮਿਲੀ ਹੈ ਦੂਜੀ ਉਹਨੇ ਕੀ ਮੰਗ ਲੈਣੀ ਹੈ।
ਪਰ ਮਹਾਰਾਜ ਪਰਖਦੇ ਪੈ ਵੀ ਸ਼ਾਇਦ ਕੋਈ ਹੋਰ ਦੁਨੀਆਦਾਰੀ ਦੀ ਗੱਲ ਹੀ ਕਰ ਲਵੇਗਾ। ਪਰਖਦੇ ਨਾ ਮਹਾਰਾਜ ਕਦੇ ਕਦੇ ਸਿੱਖ ਨੂੰ। ਮਹਾਰਾਜ ਕਹਿੰਦੇ ਮੰਗ ਭਾਈ ਸ਼ਮੀਰ ਕੀ ਚਾਹੀਦਾ ਹੈ। ਦੂਜੀ ਵਾਰੀ ਫਿਰ ਪਾਤਸ਼ਾਹ ਬਚਨ ਕਰਦੇ ਹਨ। ਹੁਣ ਸ਼ਮੀਰ ਗੁਰ ਤੀਰ ਕਹਿ ਭਵ ਜਲ ਮੈਂ ਫੇਰਾ। ਉਸ ਵੇਲੇ ਭਾਈ ਸ਼ਮੀਰ ਨੇ ਮਨ ਵਿੱਚ ਸੋਚਿਆ ਵੀ ਹੁਣ ਕੁਝ ਹੋਰ ਮੰਗਣਾ ਹੀ ਨਹੀਂ ਹੈ। ਜੇ 84 ਤੋਂ ਮੁਕਤੀ ਮਿਲੇ ਤੇ ਠੀਕ ਹੈ, ਮੈਂ ਨਹੀਂ ਮੰਗਣਾ ਕੁਝ ਹੋਰ। ਦੁਬਾਰਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਪਰਸੋਂ ਵਾਲਾ ਹੀ ਬਚਨ ਹੈ ਮੇਰਾ, ਤੇ ਉਹੀ ਗੱਲ ਹੈ, ਮੈਨੂੰ ਤਾਂ 84 ਚੋਂ ਹੀ ਮੁਕਤ ਕਰੋ, ਮੈਨੂੰ ਸੰਸਾਰ ਵਿੱਚ ਆਉਣਾ ਨਾ ਪਵੇ, ਜਨਮ ਨਾ ਲੈਣਾ ਪਵੇ। ਸ਼ਮੀਰ ਭਾਈ ਨੇ ਹੱਥ ਜੋੜੇ, ਕਹਿਣ ਲੱਗਾ ਸਤਿਗੁਰੂ ਕਿਰਪਾ ਕਰੋ, ਭਵਜਲ ਮਹਿ ਮਹਾਰਾਜ ਸੰਸਾਰ ਤੋਂ ਕੱਢ ਲਓ ਮੈਨੂੰ, ਇਹੋ ਹੀ ਮੇਰਾ ਮਨ ਮੰਗਦਾ, ਹੋਰ ਕੋਈ ਮੈਨੂੰ ਵਸਤੂ ਚਾਹੀਦੀ ਨਹੀਂ ਹੈ। ਇਸ ਦਾਰੁਣ ਦੁੱਖ ਤੇ ਪ੍ਰਭੂ ਗਹੀ ਹੈ ਕਰ ਮੇਰਾ। ਮਹਾਰਾਜ ਇਹ ਜਿਹੜਾ ਸੰਸਾਰ ਵਿੱਚ ਜਨਮ ਲੈ ਕੇ ਆਉਣਾ ਹੈ ਬੜਾ ਵੱਡਾ ਦੁੱਖ ਹੈ। ਮਹਾਰਾਜ ਮੇਰੀ ਬਾਂਹ ਫੜ ਲਓ, ਮੈਨੂੰ ਕੱਢ ਲਓ ਸੰਸਾਰ ਵਿੱਚੋਂ, 84 ਲੱਖ ਜੂਨਾਂ ਵਿੱਚ ਪਈਏ ਹੀ ਨਾ, ਕੱਢ ਲਓ ਮਹਾਰਾਜ, ਬਚਾ ਲਓ, ਐਸਾ ਭਿਆਨਕ ਦੁੱਖ ਮੇਰੇ ਤੋਂ ਸਹਿਆ ਨਹੀਂ ਜਾਣਾ ਹੈ। ਸੁਨ ਸ਼੍ਰੀ ਮੁਖ ਤੇ ਤਬ ਭਨਿਓ ਤੁਬ ਜਨਮ ਕਨੇਰੇ। ਮਹਾਰਾਜ ਕਹਿਣ ਲੱਗੇ ਭਾਈ ਸ਼ਮੀਰ ਜੇ ਇੱਕ ਅੱਧਾ ਜਨਮ ਹੁੰਦਾ ਤੇ ਅਸੀਂ ਕਹਿ ਦਿੰਦੇ ਵੀ ਚੱਲ ਕੋਈ ਗੱਲ ਨਹੀਂ, ਇੱਕ ਦੋ ਜਨਮ ਬਾਕੀ ਨੇ, ਤੇਰੇ ਖਤਮ ਹੋ ਗਏ ਭਾਈ ਸ਼ਮੀਰ, ਮੁਕਤ ਹੋ ਗਿਆ। ਪਰ ਭਾਈ ਸ਼ਮੀਰ ਬਚਨ ਇਹ ਹੈ ਤੇਰੇ ਤੇ ਅਜੇ ਜਨਮ ਹੀ ਬੜੇ ਪਏ ਨੇ, ਕਿੰਨੇ ਕੁ ਮਾਫ ਕਰੀਏ, ਇੱਕ ਮਾਫ ਕਰੀਏ, ਦੋ ਮਾਫ ਕਰੀਏ, ਤੇਰੇ ਤੇ ਅਜੇ ਸੈਂਕੜੇ ਜਨਮ ਬਾਕੀ ਨੇ, ਕਿੰਨੇ ਕੁ ਜਨਮਾਂ ਦੇ ਕਰਮ ਮਾਫ ਕਰਾਂਗੇ। ਏਡੀ ਵੱਡੀ ਗੱਲ ਕਿਵੇਂ ਹੋ ਸਕਦੀ ਹੈ। ਤੇਰੇ ਤੇ ਕਈ ਜਨਮ ਬਾਕੀ ਨੇ ਜਿਨ੍ਹਾਂ ਦਾ ਲੇਖਾ ਹਿਸਾਬ ਅਜੇ ਤੂੰ ਦੇਣਾ ਹੈ। ਧਰਨੇ ਹੈ ਭਵਜਲ ਵਿਖੇ ਕਿਮ ਜਾਹੇ ਨਵੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਅਜੇ ਜਨਮ ਤੂੰ ਲੈਣੇ ਨੇ, ਪਰਮਾਤਮਾ ਵੱਲੋਂ ਲਿਖੇ ਹੋਏ ਨੇ ਵੀ ਤੂੰ ਇਹ ਜਨਮ ਲੈਣੇ ਨੇ, ਉਹਨਾਂ ਦਾ ਹਿਸਾਬ ਕਿਤਾਬ ਤੂੰ ਦੁਨੀਆ ਵਿੱਚ ਦੇਣਾ ਹੈ, ਲੇਖਾ ਜੋਖਾ ਦੁੱਖ ਸੁੱਖ ਤੂੰ ਭੋਗਣਾ ਹੈ। ਫਿਰ ਇੰਨੇ ਜਨਮ ਤੇਰੇ ਮਾਫ ਕਿਵੇਂ ਕਰ ਦਈਏ, ਇਹ ਵੀ ਤੇ ਦੱਸ ਨਾ, ਕਿਵੇਂ ਮਾਫ ਹੋ ਸਕਦੇ। ਨਹੀਂ ਇਹ ਮਾਫ ਨਹੀਂ ਹੋ ਸਕਦੇ, ਬਹੁਤੇ ਜਨਮਾਂ ਦੇ ਬਹੁਤੇ ਲੇਖੇ, ਬਹੁਤੇ ਫੇਰ ਭੈ ਕਿਰਪਨ ਕੋ ਆਬ ਕਿਛ ਕਿਰਪਾ ਕੀਜੈ ਹੋ ਦਿਆਲ, ਨਾਮ ਦੇਹੋ ਆਪਣਾ ਐਸੀ ਬਖਸ਼ ਕਰੀਜੈ। ਮਹਾਰਾਜ ਕਹਿੰਦੇ ਇੱਕ ਜਨਮ ਨਹੀਂ ਭਾਈ ਸ਼ਮੀਰ, ਤੇਰੇ ਤੇ ਜਨਮ ਅਜੇ ਕਈ ਬਾਕੀ ਨੇ ਜਿਨ੍ਹਾਂ ਦਾ ਹਿਸਾਬ ਬਣਦਾ ਹੈ। ਕਹਿ ਲੱਗ ਕਰੈ ਬਚਾਏ ਉਹ ਜਾਪ ਚੋ ਬਥ ਆਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੋਂ ਕੁ ਤੱਕ ਬਚਾਵਾਂਗੇ, ਮੰਨ ਲਓ ਇੱਕ ਚੋਂ ਬਚਾਵਾਂਗੇ ਫਿਰ ਦੂਜੇ ਵਿੱਚ ਤੇ ਪੈਣਾ ਪਵੇਗਾ, ਚਲੋ ਮੰਨ ਲਓ ਦੋ ਜਨਮਾਂ ਤੋਂ ਬਚਾਵਾਂਗੇ ਫਿਰ ਤੀਜੇ ਤੇ ਪੈਣਾ ਪਵੇਗਾ। ਮਹਾਰਾਜ ਕਹਿੰਦੇ ਸੌਦਾ ਮਹਿੰਗਾ ਹੀ ਹੈ, ਇਹ ਨਹੀਂ ਹੋ ਸਕਦਾ ਭਾਈ ਸ਼ਮੀਰ, ਤੂੰ ਇਸ ਤਰ੍ਹਾਂ ਕਰ ਵੀ ਕੁਝ ਹੋਰ ਮੰਗ ਲਾ ਜੇ ਕੋਈ ਚਾਹੀਦਾ ਤੇ। ਦੁਬਾਰਾ ਫਿਰ ਉਹ ਘੋੜੇ ਵਾਲਾ ਨਾ ਬਚਨ ਕਰੀਏ ਤੇਰੇ ਨਾਲ, ਜੇ ਇੱਕ ਵਾਰੀ ਤੇ ਤੋਂ ਨਹੀਂ ਮੌਕਾ ਸਾਂਭਿਆ ਗਿਆ ਦੁਬਾਰਾ ਘੋੜੇ ਤੇ ਚੜ੍ਹ ਤੇ ਤੈਨੂੰ ਜਗੀਰ ਦੇ ਦਿੰਦੇ ਹਾਂ। ਜੇ ਪ੍ਰਸ਼ਾਦ ਵਾਲਾ ਮੌਕਾ ਗਵਾ ਬੈਠਾ ਤੇ ਦੁਬਾਰਾ ਫਿਰ ਵੀ ਤੇ ਅਸੀਂ ਪ੍ਰਸ਼ਾਦਾ ਛਕਣਾ ਹੀ ਹੈ, ਫਿਰ ਉਹ ਦੁਬਾਰਾ ਆਪਾਂ ਕੰਮ ਕਰ ਲਈਏ। ਪਰ ਇਹ ਛੱਡ ਦੇ ਜਿਹੜਾ ਤੂੰ ਹੁਣ 84 ਮੰਗਦਾ ਪਿਆ ਨਾ, ਇਹ ਨਹੀਂ ਹੋ ਸਕਦਾ ਕੁਝ ਵੀ, ਇਹ ਤੇ ਬੜਾ ਵੱਡਾ ਵਚਨ ਹੈ, ਇਹਦੀ ਮਾਫੀ ਨਹੀਂ ਹੋਣੀ ਹੈ। ਇਸ ਬਿਨ ਅਪਰ ਅਦੇ ਨਹਿ ਲਿਹੋ ਮਹਿਦ ਮਹਾਨ। ਮਹਾਰਾਜ ਕਹਿਣ ਲੱਗੇ ਇਹਦੇ ਤੋਂ ਬਿਨਾ ਕੋਈ ਚੀਜ਼ ਜਿਹੜੀ ਮੰਗੇਗਾ ਨਾ, ਚੱਲ ਤੇਰੇ ਨਾਲ ਬਚਨ ਕੀਤਾ, ਤੂੰ ਮੰਗੇਗਾ ਅਸੀਂ ਉਸੇ ਵੇਲੇ ਹੀ ਦੇ ਦਿਆਂਗੇ, ਤੈਨੂੰ ਇਹ ਨਹੀਂ ਕਵਾਂਗੇ ਵੀ ਇਹ ਨਹੀਂ ਮਿਲਣਾ ਹੈ। ਆ 84 ਵਿੱਚ ਜਾਣ ਵਾਲਾ ਬਚਨ ਛੱਡ ਦੇ, ਇਹਦੇ ਤੋਂ ਬਿਨਾ ਮੰਗ ਕੀ ਚਾਹੀਦਾ, ਜੋ ਮੰਗੇਗਾ ਉਹ ਤੈਨੂੰ ਅਸੀਂ ਦਿੰਦੇ ਹਾਂ। ਹਮ ਪ੍ਰਸੰਨ ਪਿਕ ਸੇਵ ਤੋਬ ਅਰ ਪ੍ਰੇਮ ਕਨੇਰਾ। ਮਹਾਰਾਜ ਕਹਿਣ ਲੱਗੇ ਅਸੀਂ ਤੇਰਾ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ, ਤੈਨੂੰ ਦੇਣਾ ਚਾਹੁੰਦੇ ਹਾਂ। ਉਰ ਅਕਪਟ ਸੱਚ ਕਹਿਤ ਹੈ ਪਰਖਿਓ ਬਹੁ ਬੇਰਾ। ਉਸ ਵੇਲੇ ਉਰ ਅਕਪਟ, ਤੇਰਾ ਹਿਰਦਾ ਜਿਹੜਾ ਹੈ ਨਾ ਕਪਟ ਤੋਂ ਰਹਿਤ ਹੈ, ਤੂੰ ਕਪਟ ਨਹੀਂ ਕੀਤਾ, ਛਲ ਨਹੀਂ ਕੀਤਾ, ਤੂੰ ਸੱਚ ਬੋਲਿਆ। ਤੇਰੇ ਸੱਚ ਬੋਲਣ ਦਾ ਸਾਨੂੰ ਬੜਾ ਚੰਗਾ ਲੱਗਾ। ਤੂੰ ਤੇ ਇਹ ਵੀ ਕਹਿ ਸਕਦਾ ਸੀ ਨਾ ਮਹਾਰਾਜ ਪ੍ਰਸ਼ਾਦਾ ਛਕਿਆ ਆ, ਪਰ ਨਹੀਂ, ਤੂੰ ਸੱਚ ਹੀ ਦੱਸਿਆ ਵੀ ਛਕਿਆ ਨਹੀਂ, ਟੋਏ ਵਿੱਚ ਦੱਬਿਆ ਹੈ। ਤੂੰ ਇਹ ਵੀ ਤੇ ਕਹਿ ਸਕਦਾ ਸੀ ਵੀ ਮੈਂ ਬੜੀ ਜਗੀਰ ਦੇ ਵਿੱਚੋਂ ਦੀ ਘੋੜਾ ਫੇਰ ਲਿਆ ਆ, ਨਹੀਂ, ਤੂੰ ਆਖਿਆ ਪਿੰਡੋਂ ਹੀ ਫੇਰ ਕੇ ਲੈ। ਤੂੰ ਸੱਚ ਬਚਨ ਬੋਲੇ, ਉਹ ਤੇਰੇ ਸੱਚ ਬਚਨ ਸਾਨੂੰ ਬੜੇ ਹੀ ਚੰਗੇ ਲੱਗੇ, ਇਸ ਕਰਕੇ ਅਸੀਂ ਤੇਰਾ ਪ੍ਰੇਮ ਵੇਖਦੇ ਹਾਂ। ਕਰੋ ਸਫਲ ਨਿਜ ਘਾਲ ਕੋ ਹਮ ਦੇ ਤਤਕਾਲ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਹੁਣੇ ਦੇਣਾ ਚਾਹੁੰਦੇ ਹਾਂ, ਸਫਲਾ ਕਰ ਲੈ ਆਪਣੀ ਸੇਵਾ, ਮੁੜ ਕੇ ਨਾ ਕਹੀਂ ਵੀ ਮਹਾਰਾਜ ਮੇਰੇ ਪਿੰਡ ਆਏ, ਮੇਰੇ ਘਰ ਆਏ, ਮੈਨੂੰ ਕੁਝ ਦੇ ਕੇ ਹੀ ਨਹੀਂ ਗਏ, ਇਸ ਕਰਕੇ ਹੋਰ ਕੁਝ ਮੰਗ ਜੋ ਚਾਹੀਦਾ ਛੇਤੀ ਦਿੰਦੇ ਹਾਂ। ਸੁਣ ਕੇ ਕਹੇ ਸ਼ਮੀਰ ਪੁਨ ਗਤ ਕਰੋ ਕਿਰਪਾ। ਭਾਈ ਸ਼ਮੀਰ ਨੇ ਤੀਜੀ ਵਾਰੀ ਫਿਰ ਹੱਥ ਜੋੜੇ, ਕਹਿਣ ਲੱਗਾ ਨਹੀਂ ਮਹਾਰਾਜ ਹੁਣ ਨਹੀਂ ਕੋਈ ਚਾਹੀਦਾ, ਜੇ ਦੇਣਾ ਹੀ ਚਾਹੁੰਦੇ ਹੋ ਤਾਂ ਬਸ 84 ਚੋਂ ਮੁਕਤ ਕਰੋ, ਮੈਨੂੰ ਪਦਾਰਥ ਦੀ ਲੋੜ ਹੀ ਨਹੀਂ। ਸਤਿਗੁਰੂ ਟਣਕਾਉਂਦੇ ਪਏ ਥੋੜਾ ਜਿਹਾ ਵੀ ਹੋਰ ਪਾਸੇ ਚਲਾ ਜਾਵੇ, ਕੁਝ ਮੰਗ ਹੀ ਲਵੇ, ਹੋਰ ਵਸਤੂ ਮੰਗੀਏ ਤੇ ਸਸਤਾ ਕੰਮ ਸਰ ਜਾਵੇ। ਪਰ ਭਾਈ ਸ਼ਮੀਰ ਨੂੰ ਪਤਾ ਲੱਗ ਗਿਆ ਵੀ ਜਿਹੜੇ ਮਹਾਰਾਜ ਟਾਲਦੇ ਪਏ ਨਾ, ਇਹਦਾ ਮਤਲਬ ਇਹ ਹੈ ਵੀ ਸੌਦਾ ਮਹਿੰਗਾ ਹੈ, ਹੁਣ ਮੈਂ ਇਹੋ ਹੀ ਲੈ ਕੇ ਉੱਥੋਂ ਹਿੱਲਣਾ ਹੈ।
ਸਤਿਗੁਰੂ ਹੋਰ ਭਜਨ ਕਰਦੇ ਹੋ, ਇੱਕੇ ਭਜਨ ਤੇ ਹੀ ਖੜ ਗਿਆ ਆ ਕੇ। ਮਹਾਰਾਜ ਇੱਕ ਕਿਰਪਾ ਹੀ ਕਰਨ ਲੱਗੇ ਹੋ, 84 ਚੋਂ ਮੁਕਤ ਕਰੋ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਇਹਦੇ ਉੱਪਰ ਕੀ ਕਿਰਪਾ ਕਰਦੇ, ਕੀ ਇਸ ਨੂੰ ਵਿਖਾਉਂਦੇ ਨੇ ਆਪਣੀ ਬਖਸ਼ਿਸ਼ ਦੇ ਨਾਲ, ਕਿਹੜੀ ਦਾਤ ਦੇਣਗੇ, ਆਪਾਂ ਕੱਲ ਨੂੰ ਫਿਰ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਬੇਨਤੀ ਹੈ ਕਿ 17 ਦਸੰਬਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸ਼ਹੀਦੀ ਗੁਰਪੁਰਬ ਪ੍ਰਾਪਤ ਹੋ ਰਹੇ ਹਨ। 15 ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ 17 ਤਰੀਕ ਨੂੰ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਜਾਣਗੇ ਅਤੇ ਰਾਤ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸਜਾਏ ਜਾਣਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਜੋ ਕਥਾ ਹੈ ਉਹ ਸ਼ਾਮ ਦੇ ਦੀਵਾਨ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਕੋਈ ਦਿਨ ਇਤਿਹਾਸ ਦੀ ਕਥਾ ਬੰਦ ਰਹੇਗੀ ਅਤੇ ਫਿਰ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਕਥਾ ਜਿਹੜੀ ਆਪਾਂ ਸਰਵਣ ਕਰਾਂਗੇ। ਸੋ ਉਹ ਕਥਾ 2-4 ਦਿਨਾਂ ਤੱਕ ਆਪਾਂ ਸ਼ੁਰੂ ਕਰਾਂਗੇ। ਅਜੇ 2-4 ਦਿਨ ਇਸੇ ਤਰ੍ਹਾਂ ਇਤਿਹਾਸ ਦੀ ਕਥਾ ਹੀ ਆਪਾਂ ਸਰਵਣ ਕਰ ਰਹੇ ਹਾਂ। ਇਹ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ, ਅੱਗੇ ਸੰਗਤਾਂ ਨੂੰ ਦੱਸਣ ਦੀ ਕਿਰਪਾਲਤਾ ਕਰਨੀ। 9ਵੇਂ ਪਾਤਸ਼ਾਹ ਦੀ ਬਾਣੀ ਦੇ ਵੈਰਾਗਮਈ ਸ਼ਲੋਕਾਂ ਦੀ ਵਿਚਾਰ ਸਰਵਣ ਕਰਕੇ ਰਾਤ ਦੇ ਦੀਵਾਨਾਂ ਵਿੱਚ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤਵੈ ਮੇਰਾ ਸਭੋ ਦੁੱਖ ਗਵਾਏ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ